मेरा एक बड़ा सवाल ये है कि हिंदू घर पैदा हिंदू है, मुस्लिम घर पैदा मुस्लिम है, ईसाई घर पैदा ईसाई है, बोधी दे घर पैदा बोधी है, तो सिख दे घर पैदा होया सिख क्यों नहीं है। एक गवर्नमेंट का केंद्र सरकार का नोटिफिकेशन आया सी जिहदे आपां जिहड़े सहजधारी सिख सी ये वोट पाउंदे सी पहलां गुरुद्वारा प्रबंधक कमेटी दे विच और 70 सालों तो साडा वोट का हक सानूं मिलिया होया सी, वो हक साडा खोह लिया गया सीगा। ਜਾਂ ਸਾਡੇ ਸਿੱਖ ਬੁੱਧੀਜੀਵੀ ਵੀ ਕਈ ਸੰਪਰਦਾਇਕ ਤਾਕਤਾਂ ਦੇ ਹੱਥ ਠੋਕੇ ਬਣ ਕੇ ਇਹ ਜਿਹੇ ਬਿਆਨ ਦਿੰਦੇ ਨੇ ਕਿ ਜੀ ਜਿਹੜਾ ਸਿੱਖ ਕੌਮ ਦੇ ਵਿੱਚ ਪੈਦਾ ਹੋ ਗਿਆ ਜੇ ਉਹਨੇ ਕੇਸ ਦਾੜੀ ਨਹੀਂ ਰੱਖੇ ਹੈਗੇ ਕੱਟ ਲਏ ਨੇ ਤਾਂ ਉਹ ਪਤਿਤ ਹੈ। ਤੁਹਾਡੇ ਸਾਹਮਣੇ ਹੈ ਕਿ 1 ਕਰੋੜ 20 ਲੱਖ ਜਿਹੜੇ ਸਿੱਖ ਨੇ ਉਹਨਾਂ ਨੂੰ ਇਹਨਾਂ ਨੇ ਜਿਹੜੇ ਕਿ ਕਹਿੰਦੇ ਕਿ ਅਸੀਂ ਸਿੱਖ ਹੈ, ਅਸੀਂ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਹਾਂ, ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਜੀ ਪਤਿਤ ਤੋਂ ਤੁਸੀਂ ਸਹਿਜਧਾਰੀ ਹੋ, ਤੁਸੀਂ ਸਿੱਖੀ ਨਹੀਂ ਹੈਗੇ। ਤੁਸੀਂ ਆਪ ਸੋਚੋ 1 ਕਰੋੜ 20 ਲੱਖ ਸਿੱਖਾਂ ਨੂੰ ਤੁਸੀਂ ਆਪਣੀ ਮੇਨ ਸਟਰੀਮ ਧਰਮ ਦੀ ਚੋਂ ਬਾਹਰ ਕੱਢ ਰਹੇ ਹੋ, ਇਹ ਬਹੁਤ ਵੱਡਾ ਇੱਕ ਅਨਿਆਏ ਆ। 1936 ਦੇ ਵਿੱਚ ਇਹ ਇੱਕ ਪ੍ਰਪੋਜ਼ਲ ਦਿੱਤੀ ਸੀ ਸਾਡੇ ਸਿੱਖ ਲੀਡਰਸ ਨੂੰ ਕਿ ਮੈਂ 5 ਕਰੋੜ ਦਲਿਤਾਂ ਨੂੰ ਸਿੱਖ ਬਣਾਉਣਾ ਚਾਹੁੰਦਾ ਔਰ ਉਹ ਸਾਰੇ ਸਿੱਖ ਧਰਮ ਦੇ ਕਲਾਵੇ 'ਚ ਆਉਣਾ ਚਾਹੁੰਦੇ ਨੇ। ਉਸ ਵਕਤ ਸਾਡੇ ਸਿੱਖ ਕੌਮ ਦੇ ਆਗੂਆਂ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ। ਉਹਨਾਂ ਨੇ ਇਹ ਸੋਚਿਆ ਕਿ ਡਾਕਟਰ ਅੰਬੇਡਕਰ ਜੀ ਜੇ ਇੰਨੀ ਆਬਾਦੀ ਨੂੰ ਦਲਿਤਾਂ ਨੂੰ ਸਿੱਖ ਬਣਾਉਣਗੇ ਤਾਂ ਸ਼ਾਇਦ ਇਹਨਾਂ ਦਾ ਸਿੱਖੀ 'ਤੇ ਕਬਜ਼ਾ ਨਾ ਹੋ ਜਾਵੇ। ਤੇ ਮਹਾਤਮਾ ਗਾਂਧੀ ਜੀ ਨੇ ਵੀ ਇਹਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਹਰੀਜਨ ਨੇ ਇਹ ਹਿੰਦੂ ਨੇ, ਉਹਨਾਂ ਨੂੰ ਹਰੀ ਦਾ ਜਨ ਕਹਿ ਕੇ ਹਰੀਜਨ ਕਹਿ ਕੇ ਇਹ ਹੈਗਾ ਕਿ ਹਿੰਦੂ ਨੇ, ਇਹ ਜਿਹੜੇ ਕਨਵਰਸ਼ਨ ਨਹੀਂ ਹੋਣੀ ਚਾਹੀਦੀ, ਇਹਨਾਂ ਨੂੰ ਸਿੱਖੀਜ਼ਮ 'ਚ ਕਨਵਰਟ ਨਹੀਂ ਹੋਣਾ ਚਾਹੀਦਾ। ਸੋ ਡਾਕਟਰ ਅੰਬੇਡਕਰ ਜੀ ਸਿਆਣੇ ਸਨ, ਉਹ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ ਸੀ, ਉਹਨਾਂ ਨੇ ਮਾਮਲਾ ਛੱਡ ਦਿੱਤਾ ਸੀਗਾ। ਚੰਨੀ ਸਾਹਿਬ ਆਏ, ਇਹਨਾਂ ਨੇ ਸਰਵ ਪਾਰਟੀ ਮੀਟਿੰਗ ਸੱਦੀ। ਉਸ ਸਰਵ ਪਾਰਟੀ ਮੀਟਿੰਗ 'ਚ ਇਹਨਾਂ ਨੇ BSF ਦੇ ਬਾਰਡਰ ਦੀ ਬਾਰੇ ਡਿਸਕਸ਼ਨ ਕਰਨਾ ਸੀਗਾ ਕਿ ਉਹਨਾਂ ਦੀ ਹੱਦ ਜਿਹੜੀ ਵਧਾਈ ਗਈ ਸੀ। ਉਹਦੇ 'ਚ ਇਹਨਾਂ ਨੇ ਦੂਸਰੀਆਂ ਪਾਰਟੀ ਜਿਹੜੀ ਸਭ ਤੋਂ ਬਾਅਦ ਰਜਿਸਟਰਡ ਹੋਈਆਂ ਨੇ ਉਹਨਾਂ ਦੇ ਤਾਂ ਨੁਮਾਇੰਦਿਆਂ ਨੂੰ ਬੁਲਾਇਆ, ਪਰ ਸਹਿਜਧਾਰੀ ਸਿੱਖ ਪਾਰਟੀ ਨੂੰ ਇਹ ਸਮਝ ਕੇ ਕਿ ਸ਼ਾਇਦ ਇਹ ਕੈਪਟਨ ਸਾਹਿਬ ਦੀ B ਟੀਮ ਹੈ, ਇਸ ਕਰਕੇ ਸਾਨੂੰ ਨਹੀਂ ਬੁਲਾਇਆ। ਚੰਨੀ ਸਾਹਿਬ ਅਖਬਾਰਾਂ 'ਚ ਜਾਂ ਮੀਡੀਆ 'ਚ ਜ਼ਰੂਰ ਕਹਿੰਦੇ ਨੇ ਕਿ ਜੀ ਮੈਂ ਹਰ ਇੱਕ ਨੂੰ ਮਿਲਦਾ, ਪਰ ਸਾਡੇ ਕੋਲ ਰਿਕਾਰਡ ਹੈ ਕਿ ਸਾਨੂੰ ਚੰਨੀ ਸਾਹਿਬ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਵਾਰ ਵੀ ਕੋਈ ਸਾਡਾ ਸੁਨੇਹਾ ਜਾਂ ਸਾਡੀ ਚਿੱਠੀ ਜਾਂ ਸਾਡੀ ਮੇਲ ਦਾ ਕੋਈ ਐਕਨੋਲੇਜਮੈਂਟ ਤੱਕ ਨਹੀਂ ਦਿੱਤੀ। ਜਿਹੜਾ ਮੋਦੀ ਜੀ ਨੇ ਬਾਲ ਦਿਵਸ ਦੀ ਗੱਲ ਕੀਤੀ ਹੈ, ਵੀਰ ਬਾਲ ਦਿਵਸ 26 ਦਸੰਬਰ ਦੀ ਗੱਲ ਕੀਤੀ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਪਰ ਲੇਕਿਨ ਇੱਥੇ ਇੱਕ ਗੱਲ ਅਸੀਂ ਜ਼ਰੂਰ ਕਹਿਣੀ ਚਾਹਾਂਗੇ ਕਿ ਇਹ ਬਾਲ ਦਿਵਸ ਨਹੀਂ ਹੈਗਾ। ਇਹ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹ ਸਾਡੇ ਗੁਰੂ ਤੇ ਬਾਬੇ ਸੀਗੇ। ਅੱਜ ਤੁਸੀਂ ਰਵਾਇਤੀ ਪਾਰਟੀਆਂ ਦੇ ਜਿੰਨੇ ਵੀ ਮੁੱਖ ਮੰਤਰੀ ਚਿਹਰੇ ਦੇਖ ਲਓ, ਸਾਰੇ ਕੀ ਨੇ? ਨੌਟੰਕੀਬਾਜ਼, ਡਰਾਮੇਬਾਜ਼, ਝੂਠੇ, ਫਰੇਬੀ, ਸਿਰਫ ਐਂਟਰਟੇਨਰ ਨੇ ਇਹ। ਅਸੀਂ ਇਹਨਾਂ ਨੂੰ ਐਂਟਰਟੇਨਰ ਕਹਿੰਦੇ, ਮਨੋਰੰਜਨ ਕਰਾ ਸਕਦੇ ਨੇ। ਜਿੰਨੇ ਮੁੱਖ ਮੰਤਰੀ ਚਿਹਰੇ ਨੇ ਇੱਕ ਇੱਕ ਗਿਣ ਲਓ ਤੁਸੀਂ, ਔਰ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈ ਪੰਜਾਬ ਵਾਸਤੇ। ਪੰਜਾਬ ਨਸ਼ਾ ਮੁਕਤ ਨਹੀਂ ਹੋਇਆ। ਸਰਕਾਰ ਨੇ ਨਸ਼ਿਆਂ ਤੋਂ ਉਤਾਰ ਕੇ ਬੱਚੇ ਸਾਡੇ ਜਿਹੜੇ ਆ ਉਹ ਸਰਕਾਰੀ ਗੋਲੀ 'ਤੇ ਲਾ ਲਏ ਨੇ। ਅੱਛਾ 5-5 ਸਾਲ ਹੋ ਗਏ ਬੱਚੇ ਇਹਦੇ 'ਤੇ ਲੱਗ ਗਏ ਨੇ। ਬਿਲਕੁਲ ਦੂਸਰੇ ਹਾਂ ਇਸੇ 'ਤੇ ਲੱਗ ਗਏ ਨੇ। ਹੁਣ ਜੇ ਇਹ ਗੋਲੀ ਬੰਦ ਕਰ ਦਿਓ ਤਾਂ ਬੱਚਾ ਜਿਹੜਾ ਹੈਗਾ ਉਹ ਕੰਮ ਨਹੀਂ ਕਰ ਪਾਉਂਦਾ ਹੈਗਾ। ਇਹ ਜਿਹੜੀ ਚੋਣ ਹੈ, ਇਹ ਚੋਣ ਅਸੀਂ ਇਸ ਲਈ ਲੜ ਰਹੇ ਹਾਂ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਜੋ ਹੁਣ ਤੱਕ ਆਪਾਂ ਲੋਕਾਂ ਨੇ ਹੰਢਾਇਆ ਸਮਾਂ, ਉਹਦੇ 'ਚ ਆਪਾਂ ਸਾਰਿਆਂ ਨੂੰ ਪਤਾ ਕਿ ਰਵਾਇਤੀ ਪਾਰਟੀਆਂ ਨੇ ਸਾਡੇ ਨਾਲ ਕੀ ਕੀਤਾ, ਉਸ ਚੀਜ਼ ਨੂੰ ਅਸੀਂ ਲੋਕਾਂ ਮੂਹਰੇ ਐਕਸਪੋਜ਼ ਕਰਨ ਵਾਸਤੇ ਲੜ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰ ਚਹਿਲ ਤੇ ਤੁਸੀਂ ਦੇਖ ਰਹੇ ਹੋ ਦ ਸਟੋਰੀ ਟੀਵੀ। 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਕੋਡ ਆਫ ਕੰਡਕਟ ਉਹਨੂੰ ਲਾਗੂ ਕਰ ਦਿੱਤਾ, ਸਾਰੀਆਂ ਰਵਾਇਤੀ ਪਾਰਟੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਸੋ ਇਹਨਾਂ ਸਭ ਦੇ ਚੱਲਦੇ ਮਸਲੇ ਨੇ ਜਿਹੜੇ ਉਹ ਹੋਰ ਵੀ ਗੰਭੀਰ ਹੋ ਗਏ ਨੇ, ਰੌਲੇ ਪੈਂਦੇ ਜਾ ਰਹੇ ਨੇ। ਜਿਹੜਾ ਦੰਗਲ ਹੈ ਉਹ ਪੂਰੀ ਤਰ੍ਹਾਂ ਭਖ ਚੁੱਕਿਆ। ਇਹਨਾਂ ਸਭਨਾਂ ਦੇ ਵਿਚਾਲੇ ਸਾਡੇ ਨਾਲ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਰਾਣੂ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਆ, ਇਹਨਾਂ ਦਾ ਕੀ ਕਹਿਣਾ ਇਸ ਸਾਰੇ ਸਿਆਸੀ ਦੰਗਲ ਦੇ ਬਾਰੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦ ਸਟੋਰੀ ਟੀਵੀ ਤੇ। ਜੀ ਸਾਰੇ ਦਰਸ਼ਕਾਂ ਨੂੰ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਦੱਸੋ, ਸਹਿਜਧਾਰੀ ਸਿੱਖ ਪਾਰਟੀ ਆਪਾਂ ਕਹਿ ਦਈਏ ਸਿੱਖਾਂ ਦਾ ਇੱਕ ਆਪਾਂ ਕਹਿ ਦਈਏ ਅਲੱਗ ਇੱਕ ਵੇਰੀਐਂਟ ਬਣਾਇਆ ਗਿਆ ਸਹਿਜਧਾਰੀ, ਤੇ ਸਹਿਜਧਾਰੀ ਹੁੰਦਾ ਕੀ ਅਸਲ ਦੇ ਵਿੱਚ, ਉਹ ਸਾਡੇ ਥੋੜਾ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਜੀ, ਸਿੱਖ ਜਿਹੜਾ, ਪਹਿਲਾਂ ਤਾਂ ਮੈਂ ਸਿੱਖ ਬਾਰੇ ਦੱਸ ਦੇਵਾਂ ਕਿ ਸਿੱਖ ਜਿਹੜਾ ਗੁਰਦੁਆਰਾ ਐਕਟ ਦੀ ਪਰਿਭਾਸ਼ਾ ਦੇ ਅਨੁਸਾਰ ਇਹ ਹੈ ਕਿ ਜਿਹੜਾ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਨੂੰ ਮੰਨਦਾ ਤੇ ਹੋਰ ਉਹਦਾ ਕੋਈ ਧਰਮ ਨਹੀਂ, ਉਹ ਘਰ ਦੇ ਵਿੱਚ ਰੀਤ ਰਿਵਾਜ ਸਾਰੇ ਸਿੱਖ ਜਿਹੜਾ ਧਰਮ ਹੈ ਉਹਦੇ ਅਨੁਕੂਲ ਕਰਦਾ ਤਾਂ ਉਹ ਸਿੱਖ ਹੈ। ਅੱਗੋਂ ਇਹਦੇ 'ਚ ਜਿਹੜਾ ਹੈਗਾ ਜਿਹਨੇ 5 ਕਕਾਰੀ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਉਹ
ਉਹ ਅੰਮ੍ਰਿਤਧਾਰੀ ਸਿੰਘ ਖਾਲਸਾ ਬਣ ਜਾਂਦਾ, ਬਾਕੀ ਸਾਰੇ ਜਿਹੜੇ ਨੇ ਉਹ ਸਹਿਜਧਾਰੀ ਸਿੱਖ ਹੀ ਨੇ। ਇੱਥੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਆਮ ਤੌਰ 'ਤੇ ਜਿਹੜੀ ਸਿੱਖ ਦੀ ਪਰਿਭਾਸ਼ਾ ਦੇ ਵਿੱਚੋਂ ਦੋ ਵੇਰੀਐਂਟਸ ਕਹਿ ਸਕਦੇ ਹਾਂ ਕਿ ਇੱਕ ਖਾਲਸਾ ਹੋ ਗਿਆ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਜਿਹੜੇ ਬਾਕੀ ਦੇ ਸਿੱਖ ਨੇ ਉਹ ਸਾਰੇ ਸਹਿਜਧਾਰੀ ਸਿੱਖ ਨੇ ਜੀ। ਇੱਥੇ ਕਈ ਜਿਹੜੀਆਂ ਪਾਰਟੀਆਂ ਨੇ, ਜੇ ਆਪਾਂ ਕਹਿ ਦਈਏ ਕਿ ਕਈ ਜਿਹੜੀਆਂ ਆਪਾਂ ਕਹਿ ਦਈਏ ਆਪਣੀਆਂ ਜਿਹੜੀਆਂ ਨਿੱਜੀ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਬੇਸ ਵਾਲੀਆਂ ਪਾਰਟੀਆਂ ਨੇ, ਉਹਨਾਂ ਵੱਲੋਂ ਅਕਸਰ ਇਹੀ ਗੱਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਦਾੜੀ ਕੇਸ ਕਟਾਏ ਹੋਏ ਨੇ, ਪੱਗ ਬੰਨ੍ਹਦੇ ਨੇ, ਉਹਦਾ ਧਰਮ ਤੋਂ ਉਹ ਸਿੱਖ ਨੇ, ਉਹ ਸਾਰੇ ਪਤਿਤ ਨੇ, ਪਤਿਤ ਸਿੱਖ। ਇਹ ਸਹਿਜਧਾਰੀ ਤੇ ਪਤਿਤ ਦੇ ਵਿਚਾਲੇ ਕੀ ਡਿਫਰੈਂਸ ਆ, ਥੋੜੀ ਇਹਦੇ ਬਾਰੇ ਜਾਣਕਾਰੀ। ਤੁਸੀਂ ਪਤਿਤ ਸਿੱਖ ਲਫ਼ਜ਼ ਵਰਤਿਆ, ਮੈਂ ਤੁਹਾਨੂੰ ਇੱਕ ਕਲੀਅਰ ਕਰਨਾ ਚਾਹੁੰਦਾ ਕਿ ਪਤਿਤ ਇਜ਼ ਨਾਟ ਏ ਸਿੱਖ। ਪਤਿਤ ਸਿੱਖ ਨਹੀਂ ਹੁੰਦਾ। ਇਹਦੇ 'ਚ ਕੋਰਟਾਂ ਦੇ ਵਿੱਚ ਸਾਡੀਆਂ ਡਿਸਕਸ਼ਨਸ ਡਿਬੇਟਸ ਹੋਈਆਂ ਨੇ ਬਕਾਇਦਾ ਇਹਦੇ 'ਤੇ ਕਿ ਪਤਿਤ ਜਿਹੜਾ ਉਹ ਬਹੁਤ ਹੀ ਇੱਕ ਕਹਿ ਸਕਦੇ ਹੋ ਕਿ ਮੰਦਾ ਸ਼ਬਦ ਹੈ ਕਿ ਧਰਮ 'ਚੋਂ ਕੱਢਿਆ ਹੋਇਆ ਡਾਊਨ ਕਾਸਟ ਡਿਕਸ਼ਨਰੀ ਮੀਨਿੰਗ ਜਿਹੜਾ ਉਹਦਾ ਹੈਗਾ। ਦੂਸਰੀ ਗੱਲ ਇਹ ਹੈ ਕਿ ਜਿਹਨੇ ਦਾੜੀ ਕੇਸ ਕੱਟ ਤੇ ਜੇ ਉਹਨੂੰ ਆਪਾਂ ਕਹਿ ਦਈਏ ਕਿ ਪਤਿਤ ਹੈ, ਇਹ ਬਿਲਕੁਲ ਇੱਕ ਭਰਮ ਫੈਲਾਇਆ ਜਾ ਰਿਹਾ। ਜਿਹੜੀ ਸਿੱਖ ਕੌਮ ਦੇ ਵਿੱਚ ਅੰਮ੍ਰਿਤਧਾਰੀ ਹੋ ਜਾਂਦਾ, ਅੰਮ੍ਰਿਤ ਛਕਣ ਤੋਂ ਬਾਅਦ ਉਹ ਜੇ ਕੋਈ ਬੱਜਰ ਕੁਰੈਤ ਕਰਦਾ ਫਿਰ ਉਹ ਪਤਿਤ ਹੁੰਦਾ। ਜਿਹਨੇ ਅੰਮ੍ਰਿਤ ਛਕਿਆ ਨਹੀਂ ਉਹਦੇ ਤੇ ਪਤਿਤ ਲਾਗੂ ਨਹੀਂ ਹੁੰਦਾ, ਉਹ ਸਹਿਜਧਾਰੀ ਸਿੱਖ ਹੀ ਹੈ। ਇਹ ਗੱਲ ਕਲੀਅਰ ਕਰਨੀ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਕਿ ਬਹੁਤ ਵੱਡਾ ਇੱਕ ਕਨਫਿਊਜ਼ਨ ਕ੍ਰੀਏਟ ਕੀਤਾ ਜਾਂਦਾ ਹੈਗਾ। ਸਾਡੇ ਸਿੱਖ ਬੁੱਧੀਜੀਵੀ ਵੀ ਕਈ ਸੰਪਰਦਾਇਕ ਤਾਕਤਾਂ ਦੇ ਹੱਥ ਠੋਕ ਕੇ ਬਣ ਕੇ ਇਹੋ ਜਿਹੇ ਬਿਆਨ ਦਿੰਦੇ ਨੇ ਕਿ ਜੀ ਜਿਹੜਾ ਸਿੱਖ ਕੌਮ ਦੇ ਵਿੱਚ ਪੈਦਾ ਹੋ ਗਿਆ, ਜੇ ਉਹਨੇ ਕੇਸ ਦਾੜੀ ਨਹੀਂ ਰੱਖੇ ਗਏ, ਕੱਟ ਲਏ ਨੇ, ਤਾਂ ਉਹ ਪਤਿਤ ਹੈ। ਸੋ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਉਹ ਪਤਿਤ ਨਹੀਂ ਹੈਗਾ। ਪਤਿਤ ਸਿਰਫ ਅੰਮ੍ਰਿਤ ਛਕ ਕੇ ਉਸ ਨੂੰ ਬੱਜਰ ਕੁਰੈਤਾ ਨਾਲ ਭੰਗ ਕਰਦਾ ਕੋਈ, ਤਾਂ ਉਹ ਪਤਿਤ ਹੁੰਦਾ, ਉਹਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ। ਲੇਕਿਨ ਜਿਸਨੇ ਅੰਮ੍ਰਿਤ ਛਕਿਆ ਨਹੀਂ ਉਹ ਪਤਿਤ ਨਹੀਂ ਹੈ ਜੀ। ਇੱਥੇ ਚਲੋ ਇਹ ਗੱਲ ਕਲੀਅਰ ਹੋ ਗਈ, ਜਿਹੜਾ ਕਨਫਿਊਜ਼ਨ ਸੀਗਾ, ਜੇ ਆਪਾਂ ਕਹਦੇ ਮਨਾਂ ਦੇ ਵਿੱਚ ਧਾਰਨਾ ਜਾਣਬੁੱਝ ਕੇ ਤੁਹਾਡਾ ਕਹਿਣਾ ਕਿ ਬਿਠਾਈ ਜਾ ਰਹੀ ਹੈ ਕਿ ਉਹ ਪਤਿਤ ਹੁੰਦੇ ਨੇ ਉਹ ਸਿੱਖ ਜਿਨ੍ਹਾਂ ਨੇ ਦਾੜੀ ਕੇਸ ਕਤਲ ਕਰਵਾਏ ਹੁੰਦੇ ਨੇ, ਪਰ ਉਹ ਸਿੱਖ ਧਰਮ ਦੇ ਨਾਲ ਨਾਤਾ ਰੱਖਦੇ ਨੇ। ਚਲੋ ਇਹ ਤਾਂ ਗੱਲ ਰਹੀ ਡਿਫਰੈਂਸ ਦੀ। ਸਹਿਜਧਾਰੀ ਸਿੱਖ ਪਾਰਟੀ ਇਹਦੀ ਹੋਂਦ ਦੇ ਬਾਰੇ ਥੋੜੀ ਜਾਣਕਾਰੀ ਦਿਓ। ਦੇਖੋ 2003 ਦੇ ਵਿੱਚ ਇੱਕ ਗਵਰਨਮੈਂਟ ਦਾ, ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਸੀ ਜਿਹਦੇ 'ਚ ਆਪਾਂ ਜਿਹੜੇ ਸਹਿਜਧਾਰੀ ਸਿੱਖ ਸੀ ਇਹ ਵੋਟ ਪਾਉਂਦੇ ਸੀ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਔਰ 70 ਸਾਲਾਂ ਤੋਂ ਸਾਡਾ ਵੋਟ ਦਾ ਹੱਕ ਸਾਨੂੰ ਮਿਲਿਆ ਹੋਇਆ ਸੀ। ਉਹ ਹੱਕ ਸਾਡਾ ਖੋਹ ਲਿਆ ਗਿਆ ਸੀਗਾ। ਉਸ ਵੇਲੇ ਅਸੀਂ ਉਸ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ, ਇੱਕ ਜਥੇਬੰਦੀ ਬਣਾ ਕੇ ਸਹਿਜਧਾਰੀ ਸਿੱਖ ਫੈਡਰੇਸ਼ਨ ਅਦਾਲਤ ਦੇ ਜ਼ਰੀਏ, ਔਰ ਅਸੀਂ ਤਕਰੀਬਨ 2011 ਦੇ ਵਿੱਚ ਅਸੀਂ ਉਸ ਮਾਮਲੇ ਨੂੰ ਜਿੱਤਿਆ। ਫਿਰ ਇਹ ਮਾਮਲਾ ਸੁਪਰੀਮ ਕੋਰਟ ਗਿਆ, ਫਿਰ ਅਸੀਂ ਸਹਿਜਧਾਰੀ ਸਿੱਖ ਪਾਰਟੀ ਤੌਰ 'ਤੇ ਇਸ ਨੂੰ ਰਜਿਸਟਰਡ ਵੀ ਕਰਾਇਆ ਇਲੈਕਸ਼ਨ ਕਮਿਸ਼ਨ ਕੋਲੋਂ, ਔਰ ਉਹ ਮਾਮਲਾ ਜਿਹੜਾ ਅਦਾਲਤ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਉਹਦੇ 'ਚ ਇੱਕ ਅਮੈਂਡਮੈਂਟ ਕਰਾਈ ਗਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਮਿਲ ਕੇ, ਕਿਉਂਕਿ ਉਸ ਟਾਈਮ ਤੇ ਅਕਾਲੀ ਦਲ ਭਾਈਵਾਲ ਸੀਗੇ ਬੀਜੇਪੀ ਦੇ ਨਾਲ, ਤੇ ਉਹ ਅਮੈਂਡਮੈਂਟ ਦੇ ਜ਼ਰੀਏ ਇਹਨਾਂ ਨੇ ਸਾਡਾ ਜਿਹੜਾ ਸੁਪਰੀਮ ਕੋਰਟ 'ਚ ਕੇਸ ਚੱਲਦਾ ਸੀ ਉਹਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਫਿਰ ਵੀ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਇੱਕ ਸਪੈਸ਼ਲ ਲਿਬਰਟੀ ਦਿੱਤੀ ਕਿ ਇਹ ਜਿਹੜੀ ਅਮੈਂਡਮੈਂਟ ਹੈ ਉਹਦੇ ਵਿੱਚ ਫਲॉ ਹੈਗਾ, ਔਰ ਉਸ ਨੂੰ ਅਸੀਂ ਚੁਣੌਤੀ ਦੇ ਕੇ ਅੱਜ ਵੀ ਸਾਡਾ ਕੇਸ ਚੱਲ ਰਿਹਾ ਹੈਗਾ। ਅਸੀਂ ਕਹਿੰਦੇ ਕਿ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ ਉਹ ਸਿੱਖ ਹੀ ਨੇ। ਮੇਰਾ ਇੱਕ ਵੱਡਾ ਸਵਾਲ ਇਹ ਹੈ ਕਿ ਹਿੰਦੂ ਘਰ ਪੈਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਮੁਸਲਿਮ ਹੈ, ਈਸਾਈ ਘਰ ਪੈਦਾ ਈਸਾਈ ਹੈ, ਬੋਧੀ ਦੇ ਘਰ ਪੈਦਾ ਬੋਧੀ ਹੈ, ਤਾਂ ਸਿੱਖ ਦੇ ਘਰ ਪੈਦਾ ਹੋਇਆ ਸਿੱਖ ਕਿਉਂ ਨਹੀਂ ਹੈ? ਸਾਡੇ ਜਿਹੜੇ ਸਿੱਖ ਕੌਮ ਦੇ ਬੁੱਧੀਜੀਵੀ ਨੇ, ਕੁਝ ਬੁੱਧੀਜੀਵੀ ਜਾਂ ਬਾਕੀ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਾਂ ਸਾਡੇ ਜਿਹੜੇ ਸਿੱਖ ਲੀਡਰਸ ਨੇ, ਉਹ ਸੰਪਰਦਾਇਕ ਤਾਕਤਾਂ ਦੇ ਪਿੱਛੇ ਲੱਗ ਕੇ ਇਹ ਗੱਲ ਕਹਿੰਦੇ ਨੇ ਕਿ ਸਿੱਖ ਜਿਹੜਾ ਹੈਗਾ ਉਹ ਪੈਦਾ ਨਹੀਂ ਹੁੰਦਾ, ਸਿੱਖ ਉਹਨੂੰ ਬਣਨਾ ਪੈਂਦਾ। ਅਸਲ ਵਿੱਚ ਕੀ ਹੈ, ਖਾਲਸਾ ਉਹਨੂੰ ਬਣਨਾ ਪੈਂਦਾ, ਸਿੱਖ ਤਾਂ ਉਹ ਪੈਦਾ ਹੀ ਹੁੰਦਾ ਹੈ। ਸੋ ਇਸ ਕਰਕੇ ਇਹ ਇੱਕ ਬਹੁਤ ਵੱਡਾ ਭਰਮ ਜਿਹਨੂੰ ਮਤਲਬ ਕਿ ਅੱਜ ਤੱਕ ਸਾਡਾ ਕਨਫਿਊਜ਼ਨ ਜਿਹੜਾ ਹੈ ਰਵਾਇਤੀ ਪਾਰਟੀਆਂ ਨੇ ਦੂਰ ਨਹੀਂ ਹੋਣ ਦਿੱਤਾ, ਉਹ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਲੋਕਾਂ ਨੂੰ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਦੇ ਘਰ ਪੈਦਾ ਹੋਇਆ ਉਹ ਸਿੱਖ ਹੀ ਹੈ, ਉਹ ਪਤਿਤ ਨਹੀਂ ਹੈਗਾ, ਔਰ ਉਹ ਕੋਈ ਗੈਰ ਸਿੱਖ ਵੀ ਨਹੀਂ ਹੈਗਾ ਜੀ। ਬਾਕੀ ਜੇ ਕੋਈ ਗੈਰ ਸਿੱਖ ਸਾਡੇ ਧਰਮ ਦੇ ਵਿੱਚ ਆਉਂਦਾ ਹੈ ਤੇ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਕਿ ਉਹ ਸਾਡਾ ਧਰਮ ਅਪਣਾ ਰਿਹਾ। ਬਾਕੀ ਜਿੱਥੋਂ ਤੱਕ ਇੱਕ ਵੱਡੀ ਗੱਲ ਕਿ ਸਾਡੇ ਤੇ ਇੱਕ ਲੇਬਲ ਲਾਇਆ ਜਾਂਦਾ ਕਿ ਜੀ ਇਹ ਹੋਰ ਧਰਮਾਂ ਦੇ ਲੋਕਾਂ ਨੂੰ ਸਾਡੇ ਧਰਮ ਦੇ ਵਿੱਚ ਲਿਆ ਕੇ ਸਾਡੇ ਗੁਰਦੁਆਰੇ ਤੇ ਕਬਜ਼ਾ ਨਾ ਕਰਾ ਲੈਣ। ਮੈਂ ਦੱਸਣਾ ਚਾਹੁੰਦਾ ਕਿ ਗੁਰਦੁਆਰਾ ਐਕਟ ਦੇ ਵਿੱਚ ਇੱਕ ਸੈਕਸ਼ਨ 45 ਆ, ਧਾਰਾ 45, ਉਹਦੇ 'ਚ ਮੈਂਬਰ ਜਿਹਨੇ ਲੜਨਾ ਹੈ, ਚੋਣ ਲੜਨੀ ਹੈ ਜਾਂ ਮੈਂਬਰ ਬਣਨਾ ਹੈ SGPC ਦਾ, ਉਹ ਸਿਰਫ ਅੰਮ੍ਰਿਤਧਾਰੀ ਸਿੰਘ ਹੀ ਲੜ ਸਕਦਾ। ਲੜਨ ਦਾ ਹੀ ਅਧਿਕਾਰ ਨਹੀਂ ਹੈਗਾ। ਜਦ ਲੜਨ ਦਾ ਅਧਿਕਾਰ ਨਹੀਂ ਤਾਂ ਤੁਸੀਂ ਇੱਕ ਐਗਜ਼ਾਮਪਲ ਦਿਖਾ ਦਿਓ ਕਿਤੇ ਵੀ ਕੋਈ ਸਹਿਜਧਾਰੀ ਸਿੱਖ ਨੇ ਕੋਈ ਗੁਰਦੁਆਰਾ ਚੋਣ ਲੜੀ ਹੋਵੇ ਜਾਂ ਗੁਰਦੁਆਰੇ ਤੇ ਕਿਸੇ ਤੇ ਕਬਜ਼ਾ ਕੀਤਾ ਹੋਵੇ। ਰਾਦਰ ਸਾਡੀ ਤਾਂ ਸ਼ਰਧਾ ਹੀ ਬਹੁਤ ਆ, ਨਾਨਕ ਨਾਮ ਲੈਵਾ ਸਿੱਖ ਸੰਗਤ ਜਿਹੜੀ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਸ਼ਰਧਾਲੂ ਆ। ਇੱਕ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਇਹ ਦੱਸਣਾ ਚਾਹੁੰਦਾ ਕਿ 2011 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ, ਕਿਉਂਕਿ ਉਸ ਤੋਂ ਬਾਅਦ ਮਰਦਮਸ਼ੁਮਾਰੀ ਹੋਈ ਨਹੀਂ, ਉਸ ਵੇਲੇ ਸਿੱਖਾਂ ਦੀ ਜਿਹੜੀ ਆਬਾਦੀ ਸੀ ਪੰਜਾਬ ਦੀ ਉਹ 2.25 ਕਰੋੜ ਸੀਗੀ, ਜਿਹਦੇ 'ਚੋਂ ਇਹਨਾਂ ਨੇ ਜਦੋਂ ਆ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਦਾ ਹੱਕ ਖਤਮ ਕੀਤਾ ਤਾਂ
ਸਿਰਫ 55 ਲੱਖ ਸਿੱਖ ਵੋਟਰ ਇਹਨਾਂ ਨੇ ਐਨਰੋਲ ਕੀਤੇ 2011 ਦੇ ਇਲੈਕਸ਼ਨ ਦੇ ਦੌਰਾਨ। ਔਰ ਤੁਹਾਡੇ ਸਾਹਮਣੇ ਹੈ ਕਿ 1 ਕਰੋੜ 20 ਲੱਖ ਜਿਹੜੇ ਸਿੱਖ ਨੇ ਉਹਨਾਂ ਨੂੰ ਇਹਨਾਂ ਨੇ, ਜਿਹੜੇ ਕਿ ਕਹਿੰਦੇ ਕਿ ਅਸੀਂ ਸਿੱਖ ਹੈ, ਅਸੀਂ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਹਾਂ, ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਜੀ ਪਤਿਤ ਤੋਂ, ਤੁਸੀਂ ਸਹਿਜਧਾਰੀ ਹੋ, ਤੁਸੀਂ ਸਿੱਖ ਹੀ ਨਹੀਂ ਹੈਗੇ। ਤੁਸੀਂ ਆਪ ਸੋਚੋ, 1 ਕਰੋੜ 20 ਲੱਖ ਸਿੱਖਾਂ ਨੂੰ ਤੁਸੀਂ ਆਪਣੀ ਮੇਨ ਸਟਰੀਮ ਧਰਮ ਦੀ ਚੋਂ ਬਾਹਰ ਕੱਢ ਰਹੇ ਹੋ। ਇਹ ਬਹੁਤ ਵੱਡਾ ਇੱਕ ਅਨਿਆਏ ਆ। ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਸਾਡੇ ਸਾਰੀ ਜਨਤਾ ਨੂੰ ਵੀ ਔਰ ਸਿੱਖ ਆਗੂਆਂ ਨੂੰ ਖਾਸ ਕਰਕੇ ਕਿ ਡਾਕਟਰ ਅੰਬੇਡਕਰ ਜੀ ਨੇ 1936 ਦੇ ਵਿੱਚ ਇਹ ਇੱਕ ਪ੍ਰਪੋਜ਼ਲ ਦਿੱਤੀ ਸੀ ਸਾਡੇ ਸਿੱਖ ਲੀਡਰਸ ਨੂੰ ਕਿ ਮੈਂ 5 ਕਰੋੜ ਦਲਿਤਾਂ ਨੂੰ ਸਿੱਖ ਬਣਾਉਣਾ ਚਾਹੁੰਦਾ ਔਰ ਉਹ ਸਾਰੇ ਸਿੱਖ ਧਰਮ ਦੇ ਕਲਾਵੇ 'ਚ ਆਉਣਾ ਚਾਹੁੰਦੇ ਨੇ। ਉਸ ਵਕਤ ਸਾਡੇ ਸਿੱਖ ਕੌਮ ਦੇ ਆਗੂਆਂ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ। ਉਹਨਾਂ ਨੇ ਇਹ ਸੋਚਿਆ ਕਿ ਡਾਕਟਰ ਅੰਬੇਡਕਰ ਜੀ ਜੇ ਇੰਨੀ ਆਬਾਦੀ ਨੂੰ, ਦਲਿਤਾਂ ਨੂੰ ਸਿੱਖ ਬਣਾਉਣਗੇ ਤਾਂ ਸ਼ਾਇਦ ਇਹਨਾਂ ਦਾ ਸਿੱਖੀ 'ਤੇ ਕਬਜ਼ਾ ਨਾ ਹੋ ਜਾਵੇ। ਉਹਨਾਂ ਨੇ ਇੱਕ ਹੀਨ ਭਾਵਨਾ ਦੇ ਨਾਲ ਉਹਨੂੰ ਕਬੂਲ ਨਹੀਂ ਕੀਤਾ। ਔਰ ਇੱਕ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਕਿ ਮਹਾਤਮਾ ਗਾਂਧੀ ਜੀ ਨੇ ਵੀ ਇਹਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਹਰੀਜਨ ਨੇ ਇਹ ਹਿੰਦੂ ਨੇ, ਉਹਨਾਂ ਨੂੰ ਹਰੀ ਦਾ ਜਨ ਕਹਿ ਕੇ, ਹਰੀਜਨ ਕਹਿ ਕੇ ਹੈਗਾ ਕਿ ਹਿੰਦੂ ਨੇ, ਇਹ ਜਿਹੜੇ ਕਨਵਰਸ਼ਨ ਨਹੀਂ ਹੋਣੀ ਚਾਹੀਦੀ, ਇਹਨਾਂ ਨੂੰ ਸਿੱਖੀਜ਼ਮ 'ਚ ਕਨਵਰਟ ਨਹੀਂ ਹੋਣਾ ਚਾਹੀਦਾ। ਸੋ ਡਾਕਟਰ ਅੰਬੇਡਕਰ ਜੀ ਸਿਆਣੇ ਸਨ, ਉਹ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ ਸੀ, ਉਹਨਾਂ ਨੇ ਮਾਮਲਾ ਛੱਡ ਦਿੱਤਾ ਸੀਗਾ। ਸੋ ਅੱਜ ਸਾਡੇ ਜਿਹੜੇ ਸਿੱਖ ਆਗੂ ਨੇ ਉਹਨਾਂ ਨੇ ਖੁਦ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਵੇਲੇ ਤਾਂ ਇਹ ਬਾਹਰਲੇ ਜਿਹੜੇ ਦਲਿਤ ਸੀ ਉਹਨਾਂ ਨੂੰ ਸਿੱਖ ਨਹੀਂ ਬਣਨ ਦੇ ਰਹੇ ਸੀ। ਅੱਜ ਇਹਨਾਂ ਨੇ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ 1 ਕਰੋੜ 20 ਲੱਖ ਸਿੱਖਾਂ ਨੂੰ ਇਹ ਬਾਹਰ ਕੱਢ ਰਹੇ ਨੇ। ਤੁਸੀਂ ਆਪ ਸੋਚੋ ਵੀ ਆਪਾਂ ਆਪਣੇ ਧਰਮ ਨੂੰ ਆਪ ਖਤਮ ਕਰ ਰਹੇ ਹਾਂ। ਸੋ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ, ਅਸੀਂ ਇਹ ਲੜਾਈ ਲੜ ਰਹੇ ਹਾਂ ਕਿ ਅਸੀਂ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਹਾਂ ਅਤੇ ਅਸੀਂ ਸਿੱਖ ਹੀ ਹਾਂ। ਬਾਕੀ ਸਾਡੀ ਪਾਰਟੀ ਸਹਿਜਧਾਰੀ ਸਿੱਖ ਪਾਰਟੀ ਸ਼ੁਰੂ ਤੋਂ, ਜਿੱਦਣ ਤੋਂ ਇਹ ਕਿਸਾਨ ਬਿੱਲ ਆਏ ਸੀ ਉਦੋਂ ਤੋਂ ਸਾਡਾ ਜਿਹੜਾ ਕਿਸਾਨ ਵਿੰਗ ਹੈ ਉਹ ਕਿਸਾਨਾਂ ਦੇ ਨਾਲ ਰਿਹਾ ਹੈਗਾ। ਹਰ ਧਰਨੇ 'ਤੇ, ਦਿੱਲੀ ਵੀ, 26 ਜਨਵਰੀ ਦੇ ਵਿੱਚ ਵੀ, ਹਰ ਜਗ੍ਹਾ 'ਤੇ ਸਾਡੀ ਜਿਹੜੀ ਟੀਮ ਹੈ ਟਿੱਕਰੀ ਬਾਰਡਰ 'ਤੇ ਇਹਨਾਂ ਦੇ ਨਾਲ ਰਹੀ ਹੈ ਅਤੇ ਅੱਜ ਵੀ ਅਸੀਂ ਉਹਨਾਂ ਦੇ ਹਾਮੀ ਹਾਂ। ਇਹ ਜਿਹੜੀ ਚੋਣ ਹੈ, ਇਹ ਚੋਣ ਅਸੀਂ ਇਸ ਲਈ ਲੜ ਰਹੇ ਹਾਂ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਜੋ ਹੁਣ ਤੱਕ ਆਪਾਂ ਲੋਕਾਂ ਨੇ ਹੰਢਾਇਆ ਸਮਾਂ, ਉਹਦੇ 'ਚ ਆਪਾਂ ਸਾਰਿਆਂ ਨੂੰ ਪਤਾ ਕਿ ਰਵਾਇਤੀ ਪਾਰਟੀਆਂ ਨੇ ਸਾਡੇ ਨਾਲ ਕੀ ਕੀ ਕੀਤਾ, ਉਸ ਚੀਜ਼ ਨੂੰ ਅਸੀਂ ਲੋਕਾਂ ਮੂਹਰੇ ਐਕਸਪੋਜ਼ ਕਰਨ ਵਾਸਤੇ ਲੜ ਰਹੇ ਹਾਂ। ਜੀ ਇੱਥੇ ਜੀ ਆਪਾਂ ਗੱਲ ਕਰ ਲਈਏ ਕਿਉਂਕਿ ਇਹ ਤਾਂ ਰਹੀ ਸਾਰੀ ਜਿਹੜਾ ਬਿਊਰੋ ਆਪਾਂ ਦੇਣਾ ਚਾਹੁੰਦੇ ਸੀ ਆਪਣੇ ਦਰਸ਼ਕਾਂ ਨੂੰ, ਜਿਹੜਾ ਕਨਫਿਊਜ਼ਨ ਨੇ ਉਹ ਦੂਰ ਕਰਨ ਦੇ ਲਈ। ਤੇ ਹੁਣ ਚੋਣਾਂ ਦਾ ਮਾਹੌਲ ਪੱਖਿਆ ਹੋਇਆ, ਤੁਸੀਂ ਵੀ ਕਿਹਾ ਕਿ ਅਸੀਂ ਵੀ ਚੋਣਾਂ ਲੜਾਂਗੇ। ਇਸ ਤੋਂ ਪਹਿਲਾਂ ਜੇ ਮੈਂ ਇੱਕ ਗੱਲ ਕਰ ਲਵਾਂ ਕਿ ਰਵਾਇਤੀ ਪਾਰਟੀਆਂ ਦੇ ਨਾਲ ਵੀ ਤੁਹਾਡਾ ਕਾਫੀ ਜਿਹੜਾ ਮੇਲ ਜੋਲ ਰਿਹਾ। ਇਸ ਤੋਂ ਪਹਿਲਾਂ ਜੇ ਮੈਂ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਦੇ ਨਾਲ ਤੁਸੀਂ ਰਲ ਕੇ ਚੱਲੇ ਹੋ ਬਹੁਤ ਲੰਮੇ ਸਮੇਂ ਤੇ, ਪਰ ਹੁਣ ਜਿਹੜੇ ਰਸਤੇ ਨੇ ਤੁਹਾਡੇ ਵੱਖ ਹੋ ਚੁੱਕੇ ਨੇ। ਕੀ ਰੀਜ਼ਨ ਰਹੇ, ਕੀ ਕਾਰਨ ਰਹੇ ਤੁਹਾਡੇ ਜਿਹੜੇ ਰਸਤੇ ਵੱਖ ਕਰਨ ਦੇ ਕਾਂਗਰਸ ਦੇ ਨਾਲੋਂ? ਅਸੀਂ 19 ਸਾਲ ਤੋਂ ਇੱਕ ਵੱਡੀ ਧਿਰ ਲੱਭੀ ਸੀ ਕਿ ਜਿਹੜੀ ਅਕਾਲੀਆਂ ਦੇ ਨਾਲ ਟੱਕਰ ਲੈ ਸਕੇ ਪੰਜਾਬ ਦੇ ਵਿੱਚ, ਕਿਉਂਕਿ ਅਸੀਂ ਕੇਸ ਵੀ ਲੜ ਰਹੇ ਸੀ ਅਤੇ ਸਾਨੂੰ ਇੱਕ ਵੱਡੀ ਧਿਰ ਨਾਲ ਜੁੜਨਾ ਸਾਡੀ ਮਜਬੂਰੀ ਸੀ। ਉਸ ਵੇਲੇ ਤੋਂ ਅਸੀਂ ਕਾਂਗਰਸ ਪਾਰਟੀ ਦੇ ਨਾਲ, ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਅਸੀਂ ਰਲ ਕੇ ਚੱਲੇ ਹਾਂ ਔਰ ਕੈਪਟਨ ਸਾਹਿਬ ਨੇ ਸਾਡੀ ਮਦਦ ਵੀ ਕੀਤੀ ਇਸ ਕੇਸ ਦੇ ਵਿੱਚ। ਲੇਕਿਨ ਅਨਫੋਰਚੂਨੇਟਲੀ ਅਸੀਂ ਇਹਨਾਂ ਨੂੰ ਕਿਹਾ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਬਿੱਲ ਅਮੈਂਡ ਹੋਇਆ ਉਸ ਵੇਲੇ ਕਾਂਗਰਸ ਜਾਂ ਦੂਸਰੇ ਜਿਹੜੀਆਂ ਪਾਰਟੀਆਂ ਸੀ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਅਤੇ ਸਾਨੂੰ ਘੱਟੋ ਘੱਟ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਂ ਤਾਂ ਸਾਡੀ ਆਵਾਜ਼ ਪਹੁੰਚਾਓ ਜਾਂ ਸਾਡਾ ਕੋਈ ਇੱਕ ਕੈਂਡੀਡੇਟ ਦੇ ਦਿਓ। ਤਾਂ ਲਾਸਟ ਟਾਈਮ 2019 ਦੇ ਵਿੱਚ ਇਹਨਾਂ ਨੇ ਸਾਡੇ ਨਾਲ ਕੋਈ ਸੀਟ ਸ਼ੇਅਰਿੰਗ ਜਾਂ ਕੋਈ ਕਿਸੇ ਮੁੱਦੇ 'ਤੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਲੇਕਿਨ ਹੁਣ ਜਦੋਂ ਫਿਰ ਵੀ ਅਸੀਂ ਇਹਨਾਂ ਦੇ ਨਾਲ ਹੀ ਰਹੇ। ਈਵਨ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ UPA ਸਰਕਾਰ 2008 ਦੇ ਵਿੱਚ ਜਦੋਂ ਬੇਭਰੋਸਗੀ ਮਤਾ ਪਿਆ, ਉਸ ਵੇਲੇ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਗਿਰਨ ਵਾਲੀ ਸੀ ਅਤੇ ਪਾਰਲੀਮੈਂਟ ਦੇ ਵਿੱਚੋਂ ਇੱਕ ਮੈਂਬਰ ਪਾਰਲੀਮੈਂਟ ਸਰਦਾਰ ਸੁਖਦੇਵ ਸਿੰਘ ਲਿਬੜਾ ਜੀ ਸੀ, ਅਕਾਲੀ ਦਲ ਦੇ ਵਿਪ ਵੀ ਰਹੇ। ਉਹਨਾਂ ਦੀ ਮਰਜ਼ੀ ਦੇ ਨਾਲ ਹੀ ਮੈਂ ਖੁਦ ਸਹਿਜਧਾਰੀ ਸਿੱਖ ਪਾਰਟੀ ਵੱਲੋਂ ਅਸੀਂ ਉਹਨਾਂ ਨੂੰ ਪਾਰਲੀਮੈਂਟ 'ਚੋਂ ਐਬਸਟੇਨ ਕਰਾਇਆ, ਗੈਰ ਹਾਜ਼ਰ ਕਰਾ ਕੇ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਬਚਾਈ। ਇਹ ਸਾਡੀ ਪਾਰਟੀ ਦਾ ਯੋਗਦਾਨ ਹੈ ਕਾਂਗਰਸ ਵਾਸਤੇ। ਫਿਰ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਈ, ਇੰਡੀਅਨ ਨੈਸ਼ਨਲ ਕਾਂਗਰਸ ਦੀ ਅਸੀਂ ਹਿਮਾਚਲ 'ਚ ਵੀ ਮਦਦ ਕੀਤੀ, ਹਰਿਆਣੇ 'ਚ ਵੀ ਕੀਤੀ ਹੈ। ਹਰ ਜਗ੍ਹਾ 'ਤੇ ਅਸੀਂ ਇਹਨਾਂ ਦੀ ਜਿਮਨੀ ਚੋਣਾਂ ਵੀ ਹੁੰਦੀਆਂ ਸੀ, ਜਿੱਥੇ ਵੀ ਕੋਈ ਚੋਣ ਹੁੰਦੀ ਸੀ ਅਨਕੰਡੀਸ਼ਨਲ ਸਪੋਰਟ ਸਹਿਜਧਾਰੀ ਸਿੱਖ ਪਾਰਟੀ ਇਹਨਾਂ ਦੀ ਕਰਦੀ ਰਹੀ ਹੈ। ਅਨਫੋਰਚੂਨੇਟਲੀ ਜਦੋਂ ਹੁਣ ਕੈਪਟਨ ਸਾਹਿਬ ਬਾਹਰ ਹੋਏ, ਚੰਨੀ ਸਾਹਿਬ ਆਏ, ਇਹਨਾਂ ਨੇ ਸਰਵ ਪਾਰਟੀ ਮੀਟਿੰਗ ਸੱਦੀ। ਉਸ ਸਰਵ ਪਾਰਟੀ ਮੀਟਿੰਗ 'ਚ ਇਹਨਾਂ ਨੇ BSF ਦੇ ਬਾਰਡਰ ਦੀ ਬਾਰੇ ਡਿਸਕਸ਼ਨ ਕਰਨਾ ਸੀਗਾ ਕਿ ਉਹਨਾਂ ਦੀ ਹੱਦ ਜਿਹੜੀ ਵਧਾਈ ਗਈ ਸੀ। ਉਹਦੇ 'ਚ ਇਹਨਾਂ ਨੇ
ਦੂਸਰੀਆਂ ਪਾਰਟੀ ਜਿਹੜੀਆਂ ਸਭ ਤੋਂ ਬਾਅਦ ਰਜਿਸਟਰਡ ਹੋਈਆਂ ਨੇ ਉਹਨਾਂ ਦੇ ਤਾਂ ਨੁਮਾਇੰਦਿਆਂ ਨੂੰ ਬੁਲਾਇਆ, ਪਰ ਸਹਿਜਧਾਰੀ ਸਿੱਖ ਪਾਰਟੀ ਨੂੰ ਇਹ ਸਮਝ ਕੇ ਕਿ ਸ਼ਾਇਦ ਇਹ ਕੈਪਟਨ ਸਾਹਿਬ ਦੀ ਬੀ ਟੀਮ ਹੈ, ਇਸ ਕਰਕੇ ਸਾਨੂੰ ਨਹੀਂ ਬੁਲਾਇਆ। ਜਿਸ ਦੀਆਂ ਸਾਡੇ ਕੋਲ ਈਮੇਲਸ, ਚਿੱਠੀਆਂ ਚੰਨੀ ਸਾਹਿਬ ਨੂੰ ਲਿਖੀਆਂ ਹੋਈਆਂ ਸਾਰੀਆਂ ਪਈਆਂ ਨੇ। ਚੰਨੀ ਸਾਹਿਬ ਅਖਬਾਰਾਂ 'ਚ ਜਾਂ ਮੀਡੀਆ 'ਚ ਜ਼ਰੂਰ ਕਹਿੰਦੇ ਨੇ ਕਿ ਜੀ ਮੈਂ ਹਰ ਇੱਕ ਨੂੰ ਮਿਲਦਾ, ਪਰ ਸਾਡੇ ਕੋਲ ਰਿਕਾਰਡ ਹੈ ਕਿ ਸਾਨੂੰ ਚੰਨੀ ਸਾਹਿਬ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਵਾਰ ਵੀ ਕੋਈ ਸਾਡਾ ਸੁਨੇਹਾ ਜਾਂ ਸਾਡੀ ਚਿੱਠੀ ਜਾਂ ਸਾਡੀ ਮੇਲ ਦਾ ਕੋਈ ਐਕਨੋਲੇਜਮੈਂਟ ਤੱਕ ਨਹੀਂ ਦਿੱਤੀ ਕਿ ਮੈਨੂੰ ਚਿੱਠੀ ਮਿਲ ਗਈ ਹੈ। ਇੱਥੋਂ ਤੱਕ ਵੀ ਐਕਨੋਲੇਜ, ਅਸੀਂ ਇੱਕ ਚਿੱਠੀ ਇਹਨਾਂ ਦੇ 3 ਪਤਿਆਂ ਤੇ ਪਾਈਆਂ ਨੇ, ਘਰ ਦਾ ਐਡਰੈਸ ਖਰੜ ਦਾ, ਚੰਡੀਗੜ੍ਹ ਦਾ ਐਡਰੈਸ ਔਰ ਇਹਨਾਂ ਦੇ ਦਫ਼ਤਰ ਦਾ ਐਡਰੈਸ ਜਿਹੜਾ ਸੈਕਟਰੀਏਟ ਦਾ। ਸੋ ਸਾਡਾ ਦੂਸਰੀ ਗੱਲ, ਇਹਨਾਂ ਦੀ ਇਨਫਾਈਟਿੰਗ ਬਹੁਤ ਜ਼ਿਆਦਾ ਹੋ ਗਈ, ਇਹ ਆਪਸ 'ਚ ਹੀ ਬੜੇ ਲੜਨ ਲੱਗੇ। ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੇ ਜਿਹੜੇ ਇਤਫਾਕ ਨਾ ਹੋਣਾ, ਇਸ ਚੀਜ਼ ਨਾਲ ਸਾਡੇ ਜਿਹੜੇ ਵਰਕਰ ਸੀ, ਜਿਹੜੀ ਪੰਜਾਬ ਦੀ ਜਨਤਾ ਹੈ, ਉਹ ਮਹਿਸੂਸ ਕਰਦੀ ਸੀ ਕਿ ਇੱਕ ਪਾਸੇ ਇੱਕ ਲੀਡਰ ਇਹਨਾਂ ਦਾ ਐਰੋਗੈਂਟ ਹੈ, ਇੱਕ ਪਾਸੇ ਦੂਸਰਾ ਲੀਡਰ ਜਿਹੜਾ ਉਹ ਜੁਮਲੇਬਾਜ਼ੀਆਂ ਤੇ ਐਲਾਨ ਕਰੀ ਜਾਂਦੇ ਆ ਜਿਹਦੇ ਵਿੱਚ ਕੋਈ ਵੀ ਦਮ ਨਹੀਂ ਹੈ। ਅੱਜ ਪੰਜਾਬ ਦੇ ਵਿੱਚ ਇਹ ਇੱਕ ਨੌਨ ਸੀਰੀਅਸ ਮਤਲਬ ਕਿ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸਾਹਮਣੇ ਆਈ ਹੈ। ਇਸ ਕਰਕੇ ਸਾਡਾ ਜਿਹੜਾ ਮਨ ਬਣਿਆ ਕਿ ਅਸੀਂ ਖੁਦ ਇੰਡੀਪੈਂਡੈਂਟਲੀ ਆਪਣੇ ਕੈਂਡੀਡੇਟ ਜਿਹੜੇ ਆ ਪਾਰਟੀ ਦੇ ਜਿਹੜੇ ਹੈਗੇ ਉਹ ਉਮੀਦਵਾਰਾਂ ਨੂੰ ਅੱਗੇ ਲਿਆਵਾਂਗੇ। ਇੱਥੋਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਕਿਤੇ ਨਾ ਕਿਤੇ ਤੁਹਾਨੂੰ ਕੈਪਟਨ ਸਾਹਿਬ ਦੇ, ਜੇ ਤੁਸੀਂ ਨਾਲ ਰਲ ਕੇ ਚੱਲਦੇ ਸੀ ਤਾਂ ਉਹ ਚੀਜ਼ ਦਾ ਕੈਪਟਨ ਸਾਹਿਬ ਦੇ ਨਾਲ ਰਲ ਕੇ ਚੱਲਣ ਦਾ ਤੁਹਾਨੂੰ ਖਮਿਆਜਾ ਭੁਗਤਣਾ ਪਿਆ। ਇਹ ਗੱਲ ਮੰਨਦੇ ਹੋ ਤੁਸੀਂ? ਦੇਖੋ, ਕੈਪਟਨ ਸਾਹਿਬ ਦੇ ਨਾਲ ਰਲ ਕੇ ਚੱਲਣ ਦਾ ਖਮਿਆਜਾ ਕਹਿ ਲਓ ਸਾਨੂੰ, ਲੇਕਿਨ ਮੈਂ ਇਹ ਸਮਝਾਂਗਾ ਕਿ ਜਦੋਂ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਪੋਰਟ ਕੀਤੀ ਹੈ, ਅਸੀਂ ਕੋਈ ਕੈਪਟਨ ਸਾਹਿਬ ਦੀ ਸਪੋਰਟ ਤਾਂ ਨਹੀਂ ਸੀ ਕਰਦੇ। ਅਸੀਂ ਤਾਂ ਤੁਹਾਡੀ UPA ਸਰਕਾਰ ਬਚਾਈ ਸੀਗੀ, ਅਸੀਂ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕੀਤੀ ਸੀ। ਅਸੀਂ ਹਿਮਾਚਲ ਦੇ ਵਿੱਚ ਕੈਪਟਨ ਸਾਹਿਬ ਦੀ ਮਦਦ ਤੇ ਥੋੜ੍ਹੀ ਗਏ ਸੀ, ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਪੋਰਟ 'ਚ ਗਏ ਸੀਗੇ। ਤਾਂ ਕਾਂਗਰਸ ਪਾਰਟੀ ਨੂੰ ਘੱਟੋ ਘੱਟ ਇਹ ਸੋਚਣਾ ਚਾਹੀਦਾ ਕਿ 2012 'ਚ ਅਸੀਂ 28 ਕੈਂਡੀਡੇਟ ਇਹਨਾਂ ਦੇ ਹੱਕ 'ਚ ਵੀ ਬਿਠਾਏ ਸੀਗੇ ਖੜੇ ਕਰਕੇ, ਤੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਘੱਟੋ ਘੱਟ ਇਹ ਵਿਅਕਤੀ ਜਿਹੜੇ, ਇਹ ਪਾਰਟੀ ਜਿਹੜੀ ਕਾਂਗਰਸ ਦੇ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ, ਤੇ ਕਮ ਸੇ ਕਮ ਇਹਨੂੰ ਇੱਕ ਵਾਰ ਬੁਲਾ ਕੇ ਇਹਨਾਂ ਨਾਲ ਸਹਿਮਤ ਹੋ ਕੇ ਇਹਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਚੱਲਣਾ ਚਾਹੀਦਾ ਸੀ ਜੀ। ਤੇ ਇੱਥੇ ਹੁਣ ਤੁਹਾਡਾ 2022 ਦੀਆਂ ਚੋਣਾਂ ਨੂੰ ਲੈ ਕੇ ਕੀ ਰੂਪ ਰੇਖਾ ਤੁਸੀਂ ਤਿਆਰ ਕੀਤੀ ਹੋਈ ਹੈ ਆਪਣੀ ਸਹਿਜਧਾਰੀ ਸਿੱਖ ਪਾਰਟੀ ਵੱਲੋਂ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਹੈ, ਪੰਜਾਬ ਦਾ ਜਿਹੜਾ ਪੋਲੀਟੀਕਲ ਐਟਮੋਸਫੀਅਰ ਹੈ, ਜਿਸ ਤਰ੍ਹਾਂ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ, ਇਸ ਤਰ੍ਹਾਂ ਪੰਜਾਬ ਦਾ ਰਾਜਨੀਤਿਕ ਮਾਹੌਲ ਜਿਹੜਾ ਹੈਗਾ ਉਹ ਪ੍ਰਦੂਸ਼ਿਤ ਹੋ ਚੁੱਕਿਆ, ਜਿਸ ਨੂੰ ਸਾਫ਼ ਕਰਨ ਦੇ ਵਾਸਤੇ ਆਮ ਜਨਤਾ ਨੂੰ ਅੱਗੇ ਆਉਣਾ ਪਏਗਾ। ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਹਮ ਖਿਆਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਸਪੋਰਟ ਕਰੀਏ, ਜਿਹੜੀਆਂ ਸਾਡੇ ਮੁੱਦੇ ਦੇ ਉੱਤੇ ਸਾਡੇ ਨਾਲ ਗੱਲ ਕਰਨਗੀਆਂ, ਅਸੀਂ ਉਹਨਾਂ ਦੀ ਸਪੋਰਟ ਕਰੀਏ। ਅਸੀਂ ਸਾਰੀਆਂ ਹੀ ਪਾਰਟੀਆਂ ਦੇ ਨਾਲ ਆਲਰੇਡੀ ਟੱਚ ਦੇ ਵਿੱਚ ਹੈਗੇ ਹਾਂ। ਈਵਨ ਭਾਰਤੀ ਜਨਤਾ ਪਾਰਟੀ ਨੇ ਵੀ ਸਾਨੂੰ ਸੰਪਰਕ ਕੀਤਾ, ਪਰ ਲੇਕਿਨ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਇਹੀ ਗੱਲ ਕਹੀ ਹੈ ਕਿ ਸਾਡਾ ਜਿਹੜਾ ਮੁੱਦਾ ਹੈ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਦੁਬਾਰਾ ਉਹਨੂੰ ਰਿਵਿਊ ਕੀਤਾ ਜਾਵੇ, ਤੇ ਜੇ ਕੋਈ ਉਹਨਾਂ ਵੱਲੋਂ ਕੋਈ ਸਾਨੂੰ ਇਸ ਗੱਲ ਦੀ ਗਰੰਟੀ ਆ ਜਾਂਦੀ ਹੈ ਜਾਂ ਉਹ ਕੁਝ ਕਰਦੇ ਨੇ ਇਲੈਕਸ਼ਨਸ ਤੋਂ ਪਹਿਲਾਂ, ਤਾਂ ਅਸੀਂ NDA ਦਾ ਹਿੱਸਾ ਵੀ ਬਣਨ ਨੂੰ ਤਿਆਰ ਹੈ। ਪਰ ਲੇਕਿਨ ਅਗਰ ਕੋਈ ਸਾਂਪਰਦਾਇਕ ਤਾਕਤਾਂ ਸਾਡੇ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੀਆਂ ਤਾਂ ਅਸੀਂ ਉਹਨਾਂ ਦਾ ਕਦੇ ਸਾਥ ਨਹੀਂ ਦੇਵਾਂਗੇ। ਦੂਸਰੀ ਗੱਲ, ਸਰਦਾਰ ਢੀਂਡਸਾ ਸਾਹਿਬ, ਉਹਨਾਂ ਨੂੰ ਵੀ ਅਸੀਂ ਇਹ ਗੱਲ ਕਹੀ ਕਿ ਤੁਸੀਂ ਪੰਥਕ ਮੁੱਦੇ ਦੇ ਉੱਪਰ ਅਗਰ SGPC ਦੇ ਉੱਪਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ SGPC ਨੂੰ ਕਲੀਅਰ ਕਰਨਾ ਚਾਹੁੰਦੇ ਹੋ, ਸਾਫ਼ ਕਰਨਾ ਚਾਹੁੰਦੇ ਹੋ, ਉੱਥੋਂ ਕਬਜ਼ਾ ਹਟਾਉਣਾ ਚਾਹੁੰਦੇ ਹੋ ਇੱਕ ਪਰਿਵਾਰ ਦਾ, ਤਾਂ ਤੁਹਾਨੂੰ ਸਹਿਜਧਾਰੀ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਉਹਦੇ ਵਿੱਚ ਵੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਸਾਡੀਆਂ ਹੋਈਆਂ ਨੇ, ਕੈਪਟਨ ਸਾਹਿਬ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਔਰ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਹੋਰ ਵੀ ਜਿੱਦਾਂ ਸੰਯੁਕਤ ਕਿਸਾਨ ਮੋਰਚਾ ਹੈਗਾ, ਔਰ ਖਾਸ ਕਰਕੇ ਜਿਹੜਾ ਸੰਯੁਕਤ ਸਮਾਜ ਮੋਰਚਾ ਹੁਣ ਬਣਿਆ ਰਾਜੇਵਾਲ ਸਾਹਿਬ ਦਾ, ਉਹਨਾਂ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ, ਔਰ ਚੜੂਨੀ ਸਾਹਿਬ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ। ਈਵਨ ਅਸੀਂ ਜਿਹੜੀ ਪੰਜਾਬ ਦੇ ਵਿੱਚ ਹੋਰ ਅਕਾਲੀ ਦਲ ਤੋਂ ਛੁੱਟ ਅਸੀਂ ਸਾਰਿਆਂ ਦੇ ਸੰਪਰਕ 'ਚ ਹਾਂ, ਮੈਂ ਇਹ ਗੱਲ ਕਹਿਣੀ ਚਾਹੁੰਦਾ। ਜੇ ਆਪਾਂ, ਜਿਵੇਂ ਤੁਸੀਂ BJP ਦੀ ਗੱਲ ਕੀਤੀ ਕਿ ਜੇਕਰ BJP ਵੱਲੋਂ ਸਾਨੂੰ ਆਪਣਾ ਜਿਹੜਾ ਸਾਥ ਮਿਲਦਾ ਤਾਂ ਅਸੀਂ BJP ਦੇ ਨਾਲ ਵੀ ਰਲ ਕੇ ਤੁਰਨ ਦੇ ਲਈ ਤਿਆਰ ਹਾਂ। ਬਟ ਇੱਥੇ ਇੱਕ ਗੱਲ ਸਾਹਮਣੇ ਆਉਂਦੀ ਆ, 26 ਦਸੰਬਰ ਆ ਜਿਹੜਾ, ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਹਾਲਾਂਕਿ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਜਦੋਂ ਉਹਨਾਂ ਦਾ ਇੱਥੇ ਕਾਫਲਾ ਪੰਜਾਬ ਦੇ ਵਿੱਚ ਆ ਕੇ ਰੱਦ ਹੁੰਦਾ, ਉਦੋਂ ਉਹਨਾਂ ਨੇ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਸੀ, ਮੈਂ ਉੱਥੋਂ ਜਾਨ ਬਚਾ ਕੇ ਭੱਜ ਕੇ ਆਇਆ, ਮੁੱਖ ਮੰਤਰੀ ਨੂੰ ਤੁਸੀਂ ਦੱਸ ਦਿਓ ਵੀ ਮੈਂ ਉਹਦਾ ਧੰਨਵਾਦ ਕਰਨਾ ਚਾਹੁੰਦਾ। ਉਦੋਂ ਵੀ ਜਿਹੜਾ ਪੰਜਾਬੀਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਪੰਜਾਬ ਜੇ ਆਪਾਂ ਕਹਿ ਦਈਏ ਇੱਕ ਆਪਾਂ ਕਹਿ ਦਈਏ ਰੰਗਲਾ ਸੂਬਾ, ਸਾਰੇ ਧਰਮਾਂ ਦੇ ਲੋਕ ਨੇ ਇੱਥੇ ਵੱਸਦੇ ਨੇ, ਉਦੋਂ ਗੱਲ ਆਈ ਸਾਰੇ ਪੰਜਾਬ ਦੇ ਉੱਤੇ। ਉਸ ਤੋਂ ਬਾਅਦ ਉਹ ਘਰੇ ਜਾਂਦੇ ਨੇ, ਆਪਣੇ ਆਫਿਸ ਜਾਂਦੇ ਨੇ, ਫਿਰ ਐਲਾਨ ਕਰ ਦਿੱਤਾ ਜਾਂਦਾ ਕਿ 26 ਦਸੰਬਰ ਆ, ਛੋਟੇ ਸਾਹਿਬਜ਼ਾਦਿਆਂ ਦਾ ਉਹਨਾਂ ਨੇ ਕਿਹਾ ਕਿ ਜਿਹੜੀ ਆਪਾਂ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ ਕਿਸੇ ਵੀ ਹੱਦ ਤੇ। ਉਹਨਾਂ ਨੇ ਬਹੁਤ ਇੱਕ ਵੱਡਾ ਆਪਾਂ ਕਹਿ ਦਈਏ ਵੀ ਇੱਕ ਬਲੀਦਾਨ ਦਿੱਤਾ ਜਿਹਦੇ ਬਲਬੂਤੇ ਦੇ ਸਿੱਖ ਧਰਮ ਅੱਜ ਆਪਦੇ ਪੈਰਾਂ ਦੇ ਉੱਤੇ ਖੜਾ, ਸਿਖਰਾਂ ਤੇ ਪਹੁੰਚਿਆ ਹੋਇਆ। ਬਟ
ਉੱਥੇ ਉਹਨਾਂ ਨੇ ਜਦੋਂ ਐਲਾਨ ਕੀਤਾ ਕਿ ਜਿਹੜਾ 26 ਦਸੰਬਰ ਆ ਉਹਨੂੰ ਅਸੀਂ ਵੀਰ ਬਾਲ ਦਿਵਸ ਦੇ ਰੂਪ 'ਚ ਮਨਾਵਾਂਗੇ, ਬਕਾਇਦਾ ਟਵੀਟ ਕਰਦੇ ਨੇ। ਉਸ ਤੋਂ ਬਾਅਦ ਅਮਿਤ ਸ਼ਾਹ ਵੀ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਮੈਂ ਇਹ ਸਵਾਗਤ ਕਰਦਾ ਪ੍ਰਧਾਨ ਮੰਤਰੀ ਦੇ ਫੈਸਲੇ ਦਾ। ਪਰ ਉਦੋਂ ਬਾਅਦ 'ਚੋਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਆਪਾਂ ਕਹਿ ਦਈਏ ਪਹਿਲਾਂ ਤਾਂ ਇਹ ਲੱਗਿਆ ਸੀ ਕਿ ਸਾਰਿਆਂ ਨੂੰ ਖੁਸ਼ੀ ਹੋਊਗੀ ਕਿ ਹਾਂ ਸਾਡੇ ਜਿਹੜੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਪੂਰੇ ਇੰਨੇ ਵੱਡੇ ਪੱਧਰ ਤੇ ਉਹਨਾਂ ਨੂੰ ਲਾਈਮਲਾਈਟ ਕੀਤਾ ਗਿਆ, ਹਾਈਲਾਈਟ ਕੀਤਾ ਗਿਆ, ਉਹਨਾਂ ਨੂੰ ਯਾਦ ਰੱਖੂ ਦੁਨੀਆ, ਰਹਿੰਦੀ ਦੁਨੀਆ ਤੱਕ ਉਹ ਲੋਕਾਂ ਨੇ ਯਾਦ ਰੱਖਣਾ। ਬਟ ਉੱਥੇ SGPC ਵੱਲੋਂ ਵੀ ਪ੍ਰਤੀਕਿਰਿਆ ਆਉਂਦੀ ਆ ਕਿ ਜੇਕਰ ਕੇਂਦਰ ਨੇ ਕੋਈ ਸਿੱਖਾਂ ਦੇ ਬਾਰੇ ਫੈਸਲਾ ਲੈਣਾ ਤਾਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਵੱਡੇ ਆਗੂ ਨੇ, ਸਿੱਖ ਆਗੂ ਨੇ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ, ਉਸ ਤੋਂ ਬਾਅਦ 'ਚ ਤੁਸੀਂ ਕੋਈ ਵੀ ਫੈਸਲਾ ਲਓ। ਇਹ ਚੀਜ਼ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਤੁਸੀਂ ਵੀ ਸਿੱਖ ਹੋ, ਠੀਕ ਹੈ ਜੀ। ਉਸ ਤੋਂ ਬਿਨਾਂ SGPC ਵੀ ਆਪਾਂ ਕਹਿ ਦਈਏ ਕਿ ਸਿੱਖ ਨੁਮਾਇੰਦੇ ਨੇ SGPC ਦੇ ਵਿੱਚ, ਉਹਨਾਂ ਵੱਲੋਂ ਤਾਂ ਵਿਰੋਧ ਕੀਤਾ ਜਾ ਰਿਹਾ BJP ਦਾ ਸਿੱਧਾ, ਕਿਉਂਕਿ BJP ਨੇ ਐਡਾ ਵੱਡਾ ਫੈਸਲਾ ਲੈ ਲਿਆ, ਕਹਿੰਦੇ ਸਾਡੇ ਤੋਂ ਪੁੱਛਿਆ ਨਹੀਂ। ਜੇਕਰ ਤੁਸੀਂ BJP ਦੇ ਨਾਲ ਜਾਂਦੇ ਹੋ, ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਵਿਰੋਧ ਆ ਉਹਦਾ ਸਾਹਮਣਾ ਕਰਨਾ ਪੈ ਸਕਦਾ? ਮੈਂ ਦੱਸਣਾ ਚਾਹੁੰਦਾ ਕਿ ਅਸੀਂ BJP ਨਾਲ ਨਹੀਂ ਜਾ ਰਹੇ ਜੀ, ਪਹਿਲੀ ਗੱਲ। ਦੂਸਰੀ ਗੱਲ, ਇਹ ਜਿਹੜਾ ਮਾਮਲਾ ਮੋਦੀ ਸਾਹਿਬ ਵਾਲੀ ਗੱਲ ਹੈ, ਮੋਦੀ ਸਾਹਿਬ ਪੰਜਾਬ 'ਚ ਆਏ, ਜੀ ਆਇਆਂ ਨੂੰ, ਲੇਕਿਨ ਜਿਹੜੀ ਗੱਲ ਦਾ ਇਸ਼ੂ ਬਣਾਇਆ ਗਿਆ ਉਹਦੇ ਬਾਰੇ ਸਾਰਿਆਂ ਨੂੰ ਪਤਾ ਕਿ ਕਾਰਨ ਕੀ ਸੀਗਾ, ਠੀਕ ਹੈ। ਤੇ ਐਵੇਂ ਬਿਨਾਂ ਮਤਲਬ ਤੋਂ ਆਪਾਂ ਹਵਾ ਕ੍ਰੀਏਟ ਕਰ ਦਈਏ, ਹਾਈਪ ਕ੍ਰੀਏਟ ਕਰ ਦਈਏ ਕਿ ਜੀ ਕਿਸਾਨ ਉੱਪਰ ਆ ਗਏ ਜੀ, ਕਿਸਾਨ ਚੜ੍ਹ ਗਏ ਜੀ ਉੱਪਰ, ਇਹ ਪ੍ਰਸ਼ਾਸਨ ਦਾ ਫੇਲੂਅਰ ਹੈ। ਮੈਂ ਇੱਥੇ ਕਹਾਂਗਾ ਕਿ ਇੱਥੇ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ। ਕਿਸਾਨਾਂ ਦਾ ਰਾਈਟ ਬਣਦਾ ਹੈ ਪ੍ਰੋਟੈਸਟ ਕਰਨ ਦਾ, ਔਰ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ। ਪ੍ਰੋਟੈਸਟ ਉਹ ਅੱਗੇ ਵੀ ਕਰਦੇ ਨੇ, ਜਦੋਂ ਵੀ ਕੋਈ ਕਿਸੇ ਲੀਡਰ ਦਾ ਕਾਫਲਾ ਜਾਂਦਾ ਉਹਨੂੰ ਪ੍ਰੋਟੈਸਟ ਝੰਡੀਆਂ ਦਿਖਾ ਕੇ ਆਪਾਂ ਕਰਦੇ ਹਾਂ, ਤੇ ਉਹਨਾਂ ਦਾ ਰਾਈਟ ਹੈ। ਤੇ ਉਹਨਾਂ ਨੂੰ ਰੋਕਣਾ, ਅਗਰ ਉਹ ਰਸਤੇ ਨੂੰ ਸਾਫ਼ ਕਰਨਾ ਜਿਹੜਾ ਜਾਂ ਉਹਦਾ B ਰੂਟ ਬਣਾਉਣਾ ਸੀ ਪ੍ਰਧਾਨ ਮੰਤਰੀ ਦਾ, ਉਹ ਸਾਰਾ ਪ੍ਰਸ਼ਾਸਨ ਦਾ ਕੰਮ ਸੀ। ਇੱਥੇ ਪ੍ਰਸ਼ਾਸਨ ਫੇਲ ਹੋਇਆ ਔਰ ਸੈਂਟਰ ਦੀਆਂ ਏਜੰਸੀਆਂ ਫੇਲ ਹੋਈਆਂ ਨੇ। ਖਾਸ ਕਰਕੇ ਸੈਂਟਰ ਦੀਆਂ ਏਜੰਸੀਜ਼ ਵੀ ਉੱਥੇ ਲੱਗੀਆਂ ਹੁੰਦੀਆਂ ਨੇ ਜਿੱਥੋਂ ਪ੍ਰਧਾਨ ਮੰਤਰੀ ਨੇ ਜਾਣਾ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਰੂਟ ਤੇ ਕਬਜ਼ਾ ਹੋ ਜਾਂਦਾ ਸੈਂਟਰ ਏਜੰਸੀਜ਼ ਦਾ। ਤੋਂ ਇਹ ਸਾਰੀਆਂ ਜਿਹੜੀਆਂ ਨਾਕਾਮੀਆਂ ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਦੀ ਰਹੀਆਂ, ਉਹਦਾ ਭਾਂਡਾ ਜਿਹੜਾ ਕਿਸਾਨਾਂ ਤੇ ਭੰਨਣਾ ਬੇਬੁਨਿਆਦ ਹੈ। ਅਸੀਂ ਇਹਦੀ ਨਿੰਦਿਆ ਕਰਦੇ ਹਾਂ, ਪਹਿਲੀ ਗੱਲ। ਦੂਸਰੀ ਗੱਲ, ਜਿਹੜਾ ਮੋਦੀ ਜੀ ਨੇ ਬਾਲ ਦਿਵਸ ਦੀ ਗੱਲ ਕੀਤੀ ਹੈ, ਵੀਰ ਬਾਲ ਦਿਵਸ 26 ਦਸੰਬਰ ਦੀ ਗੱਲ ਕੀਤੀ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਲੇਕਿਨ ਇੱਥੇ ਇੱਕ ਗੱਲ ਅਸੀਂ ਜ਼ਰੂਰ ਕਹਿਣੀ ਚਾਹਾਂਗੇ ਕਿ ਇਹ ਬਾਲ ਦਿਵਸ ਨਹੀਂ ਹੈਗਾ, ਇਹ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹ ਸਾਡੇ ਗੁਰੂ ਤੇ ਬਾਬੇ ਸੀਗੇ। ਅਸੀਂ ਉਹਨਾਂ ਨੂੰ ਅੱਜ ਵੀ ਬਾਬੇ ਮੰਨਦੇ ਆ, ਤੇ ਉਹਨਾਂ ਦਾ ਰਿਸਪੈਕਟਫੁਲ ਜਿਹੜਾ ਨਾਮ ਹੈ ਉਹਦੇ 'ਚ ਅਮੈਂਡਮੈਂਟ ਕਰਨੀ ਚਾਹੀਦੀ ਆ। ਹਾਂ, ਇਹ ਉਹਨਾਂ ਦੀ ਭਾਵਨਾ ਤੇ ਮੈਂ ਸ਼ੱਕ ਨਹੀਂ ਕਰਦਾ, ਮੈਂ ਮੋਦੀ ਸਾਹਿਬ ਦੀ ਭਾਵਨਾ ਦੀ ਇਸ ਗੱਲੋਂ ਇੱਜ਼ਤ ਵੀ ਕਰਦਾ ਕਿ ਚਲੋ ਉਹਨਾਂ ਨੇ ਸਾਡੀ ਕੌਮ ਦੇ ਲਈ ਇੱਕ ਭਾਵਨਾ ਮਨ 'ਚ ਸੀਗੀ ਤੇ ਇਹ ਗੱਲ ਕਹਿਤੀ। ਪਰ ਲੇਕਿਨ ਅਗਰ ਉਹਦੇ 'ਚ ਕੋਈ ਦਰੁਸਤੀ ਕਰਨ ਦੀ ਲੋੜ ਪੈਂਦੀ ਹੈ ਤਾਂ SGPC ਇੱਕ ਸਾਡੀ ਕੰਪੀਟੈਂਟ ਅਥਾਰਟੀ ਗਵਰਨਮੈਂਟ ਬੋਡੀ ਹੈ, ਚਲੋ, ਤੇ ਉਹ ਸਿੱਖਾਂ ਦੀ ਸਰਵਉੱਚ ਸੰਸਥਾ ਮੰਨੀ ਜਾਂਦੀ ਹੈ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਸਰਵਉੱਚ ਸੰਸਥਾ ਮੰਨੀ ਜਾਂਦੀ ਆ, ਉਹਨਾਂ ਨਾਲ ਰਾਏ ਕਰਕੇ ਕਰਨੀ ਚਾਹੀਦੀ ਸੀ। ਸੋ ਇਹ ਮੈਂ ਜ਼ਰੂਰ ਕਹਾਂਗਾ ਕਿ ਅਸੀਂ ਉਹਨਾਂ ਦੀ ਭਾਵਨਾ ਤੇ ਸ਼ੱਕ ਨਹੀਂ ਕਰਦੇ, ਪਰ ਲੇਕਿਨ ਇਹ ਜ਼ਰੂਰ ਕਹਾਂਗੇ ਕਿ ਉਹਨਾਂ ਨੂੰ ਅਗਰ ਕੋਈ ਇਹੋ ਜਿਹਾ ਨਾਮ ਦੇਣਾ ਸੀ ਜਾਂ ਇਹਦੇ 'ਚ ਕੋਈ ਉਹਨਾਂ ਦੀ ਸ਼ਰਧਾ ਸੀ ਤਾਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਸੀ ਜੀ। ਤੇ ਇੱਥੇ ਆਪਾਂ ਜੇ ਗੱਲ ਕਰ ਲਈਏ, ਜਿਸ ਤਰ੍ਹਾਂ ਕਿ ਹੁਣ ਬਲਵੀਰ ਸਿੰਘ ਰਾਜੇਵਾਲ ਜੀ ਵੱਲੋਂ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ, ਤੇ ਉਹਦੇ ਨਾਲ ਹੀ ਬੱਬੂ ਮਾਨ ਹੋਰਾਂ ਵੱਲੋਂ ਇੱਕ ਫਰੰਟ ਬਣਾਇਆ ਹੋਇਆ ਜੂਝ ਦਾ ਪੰਜਾਬ, ਜਿਹਦੇ 'ਚ ਕਾਫੀ ਸਿੰਗਰ ਨੇ, ਜੇ ਆਪਾਂ ਕਹੀਏ ਉਹ ਸਾਰੇ ਆਪਾਂ ਕਹਿ ਦਈਏ ਕਿ ਜਿਹੜੇ ਫੇਮਸ ਸੈਲੀਬ੍ਰਿਟੀਜ਼ ਨੇ ਉਹ ਉਹਦੇ 'ਚ ਆਉਂਦੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੋਈ ਪਾਰਟੀ ਨਹੀਂ ਬਣਾਉਣੀ, ਅਸੀਂ ਜਿਹੜੀ ਵੀ ਪਾਰਟੀ ਬਣੂਗੀ ਅਸੀਂ ਉਹਦੇ ਬਰਾਬਰ ਖੜਾਂਗੇ। ਉਹਨਾਂ ਨੂੰ ਕਵਾਂਗੇ ਵੀ ਕਿ ਜੇ ਸਾਡਾ ਤੁਸੀਂ ਏਜੰਡਾ ਮੰਨਦੇ ਹੋ ਤਾਂ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ, ਨਹੀਂ ਅਸੀਂ ਤੁਹਾਨੂੰ ਭਜਾਵਾਂਗੇ ਜੇ ਕਿਤੇ ਵੀ ਜਿੱਥੇ ਵੀ ਪਹੁੰਚੋਗੇ। ਮੈਂ ਖੁਦ ਉੱਥੇ ਮੌਜੂਦ ਸੀ ਜਦੋਂ ਬੱਬੂ ਮਾਨ ਸਾਹਿਬ ਨੇ ਗੱਲ ਕੀਤੀ ਸੀ, ਤੇ ਤੁਸੀਂ ਉਹਨਾਂ ਦੇ ਨਾਲ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜੂਝ ਦਾ ਪੰਜਾਬ ਵੀ ਜੇ ਮੈਂ ਦੇਖਾਂ ਤੁਹਾਡੇ ਹਮਖਿਆਲੀ ਇਹ ਲੱਗਦੇ ਨੇ ਮੈਨੂੰ। ਬਿਲਕੁਲ, ਮੈਂ ਉਹਨਾਂ ਦੇ ਮਤਲਬ ਇਸ ਚੀਜ਼ ਦੀ ਪ੍ਰਸ਼ੰਸਾ ਕਰਦਾ। ਬੱਬੂ ਮਾਨ ਜੀ ਵੈਸੇ ਵੀ ਇੱਕ ਸਾਫ਼ ਅਕਸ਼ ਦੇ ਵਿਅਕਤੀ ਨੇ, ਉਹਨਾਂ ਤੇ ਕੋਈ ਐਲੀਗੇਸ਼ਨ ਨਹੀਂ ਹੈ ਇਹ ਜਿਹਾ, ਤੇ ਉਹ ਵੀ ਪੰਜਾਬ ਲਈ, ਪੰਜਾਬ ਦੀ ਜਵਾਨੀ ਵਾਸਤੇ ਬਹੁਤ ਮਤਲਬ ਕਿ ਸੁਹਿਰਦ ਨੇ। ਤੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੁਸੀਂ ਰਵਾਇਤੀ ਪਾਰਟੀਆਂ ਦੇ ਜਿੰਨੇ ਵੀ ਮੁੱਖ ਮੰਤਰੀ ਚਿਹਰੇ ਦੇਖ ਲਓ, ਸਾਰੇ ਕੀ ਨੇ? ਨੌਟੰਕੀਬਾਜ਼, ਡਰਾਮੇਬਾਜ਼, ਝੂਠੇ, ਫਰੇਬੀ, ਸਿਰਫ ਐਂਟਰਟੇਨਰ ਨੇ ਇਹ। ਅਸੀਂ ਇਹਨਾਂ ਨੂੰ ਐਂਟਰਟੇਨਰ ਕਹਿੰਦੇ, ਮਨੋਰੰਜਨ ਕਰਾ ਸਕਦੇ ਨੇ। ਜਿੰਨੇ ਮੁੱਖ ਮੰਤਰੀ ਚਿਹਰੇ ਨੇ ਇੱਕ ਇੱਕ ਗਿਣ ਲਓ ਤੁਸੀਂ, ਔਰ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈ ਪੰਜਾਬ ਵਾਸਤੇ। ਪੰਜਾਬ ਦਾ ਜਿਹੜਾ ਉਪਜਾਊ ਦਿਮਾਗ ਆ, ਫਰਟਾਈਲ ਬ੍ਰੇਨ ਹੈ ਜਿਹੜਾ, ਉਹ ਤਾਂ ਸਾਰਾ ਬਾਹਰ ਜਾ ਰਿਹਾ, ਡਰੇਨ ਹੋ ਰਿਹਾ ਬਾਹਰ। ਅਸੀਂ ਇਹੀ ਚਾਹੁੰਦੇ ਹਾਂ ਕਿ ਪੰਜਾਬ ਨੂੰ ਬਚਾਉਣ ਦੀ ਖਾਤਰ ਸਭ ਤੋਂ ਪਹਿਲਾਂ ਜਿਹੜੇ ਸਾਡੇ ਇੱਥੋਂ ਦੀ ਨੌਜਵਾਨ ਪੜ੍ਹੀ ਲਿਖੀ ਪੀੜ੍ਹੀ ਹੈ, ਜਿਨ੍ਹਾਂ ਦਾ ਫਰਟਾਈਲ ਬ੍ਰੇਨ ਹੈ, ਉਹ ਬ੍ਰੇਨ ਸਾਡਾ ਬਾਹਰ ਨਾ ਜਾਵੇ, ਇੱਥੇ ਹੀ ਰਵੇ ਔਰ ਲੋਕਾਂ ਦੀ, ਸਾਡਿਆਂ ਦੀ ਇੱਥੇ ਹੀ ਸੇਵਾ ਕਰੇ। ਔਰ ਸਪੈਸ਼ਲੀ ਮੈਂ ਬੀਇੰਗ ਏ ਡਾਕਟਰ ਇਹ ਗੱਲ ਮਹਿਸੂਸ ਕਰਦਾ ਕਿ ਜਿਹੜੀਆਂ ਹੈਲਥ ਸਰਵਿਸਿਜ਼ ਨੇ ਉਹਨਾਂ 'ਚ ਬਹੁਤ ਵੱਡਾ ਨਿਘਾਰ ਹੈ। ਅੱਜ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਫੈਸਿਲਿਟੀਜ਼ ਨਹੀਂ ਹੈਗੀਆਂ
ਜਿਹੜੀਆਂ ਚਾਹੀਦੀਆਂ ਨੇ, ਔਰ ਹੈਲਥ ਸਿਕਿਉਰਿਟੀ ਜਿਹੜੀ ਹੈ ਸਭ ਤੋਂ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ। ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਨਸ਼ਿਆਂ ਬਾਰੇ, ਪੰਜਾਬ ਨਸ਼ਾ ਮੁਕਤ ਨਹੀਂ ਹੋਇਆ। ਸਰਕਾਰ ਨੇ ਨਸ਼ਿਆਂ ਤੋਂ ਉਤਾਰ ਕੇ ਬੱਚੇ ਸਾਡੇ ਜਿਹੜੇ ਆ ਉਹ ਸਰਕਾਰੀ ਗੋਲੀ ਤੇ ਲਾ ਲਏ ਨੇ, ਜਿਹੜੀ ਕਿ ਤੁਸੀਂ ਦੇਖਣਾ ਤਰਨ ਜਿਹੜੇ ਸਾਡੇ ਅਮਲੀ ਵੀਰ ਸੀਗੇ, ਨਸ਼ੇੜੀ ਸੀਗੇ ਮੁੰਡੇ, ਉਹਨਾਂ ਨੇ ਧਰਨਾ ਦਿੱਤਾ ਕਿ ਤੁਹਾਨੂੰ ਗੋਲੀ ਨਹੀਂ ਮਿਲ ਰਹੀ। ਤੇ ਆਪਾਂ ਕਹਿੰਦੇ ਉਹ ਜੀਭ ਥੱਲੇ ਰੱਖਣ ਵਾਲੀ, ਜੀਭ ਥੱਲੇ ਰੱਖਣ ਵਾਲੀ ਉਹ ਗੋਲੀ, ਮੈਂ ਆਪਣੀ ਪਾਰਟੀ ਵੱਲੋਂ ਉਹਨੂੰ ਸਟੇ ਕਰਾਇਆ ਹੋਇਆ ਗਵਰਨਮੈਂਟ ਕੋਰਟ ਚੋਂ। ਮੈਂ ਤੁਹਾਡੀ ਨੋਟਿਸ 'ਚ ਲਿਆਉਣਾ ਚਾਹੁੰਦਾ ਕਿ ਹਾਈ ਕੋਰਟ ਦੇ ਵਿੱਚ 2019 ਦੀ ਮੇਰੀ ਰਿਟ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਇਹ ਗੋਲੀ ਦੀ ਆਮ ਵਿਕਰੀ ਤੇ ਰੋਕ ਲਗਵਾਈ ਹੋਈ ਹੈ। ਪਰ ਸਰਦਾਰ ਬਲਬੀਰ ਸਿੰਘ ਸਿੱਧੂ ਉਸ ਵੇਲੇ ਸਿਹਤ ਮੰਤਰੀ ਸਨ। ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਕਾਂਗਰਸ ਦਾ ਹਿੱਸਾ ਸੀ, ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਚੁਣ ਕੇ ਅਸੀਂ MLA ਮੰਤਰੀ ਬਣਵਾਏ ਨੇ, ਪਰ ਇਹਨਾਂ ਲੋਕਾਂ ਨੇ ਅਮੈਂਡਮੈਂਟਸ ਕਰਾਈਆਂ ਨੇ ਬਿਲਸ ਦੇ ਵਿੱਚ। ਅੱਜ ਤੁਸੀਂ ਦੇਖੋ, ਇੱਕ ਕੋਈ ਵੀ ਵਿਅਕਤੀ 10 ਲੱਖ ਰੁਪਇਆ ਲਾ ਕੇ ਇੱਕ ਦੁਕਾਨ ਖੋਲ ਲੈਂਦਾ ਹੈ, ਇੱਕ ਸਾਈਕੈਟ੍ਰਿਸਟ ਨੂੰ 2 ਲੱਖ ਸੈਲਰੀ ਦੇ ਦਿੰਦਾ ਹੈ, ਔਰ ਉਹ ਕਹਿੰਦਾ ਹੈ ਕਿ ਠੀਕ ਹੈ ਤੁਸੀਂ ਮੈਨੂੰ 20 ਲੱਖ ਦੀ ਮੇਰੀ ਗੋਲੀ ਵੇਚੋ। ਇਸ ਤੋਂ ਵਧੀਆ ਕੀ ਬਿਜ਼ਨਸ ਹੋ ਸਕਦਾ? 4-5 ਲੱਖ ਰੁਪਇਆ ਤੁਹਾਡਾ ਖਰਚਾ ਮਹੀਨੇ ਦਾ, ਤੇ ਤੁਸੀਂ 20 ਲੱਖ ਰੁਪਇਆ ਕਮਾ ਰਹੇ ਹੋ। ਇਹ ਕੋਈ ਵੀ ਬਿਜ਼ਨਸਮੈਨ, ਅਸੀਂ ਕੋਰਟ 'ਚ ਦਲੀਲ ਦਿੱਤੀ ਹੋਈ ਹੈ ਕਿ ਜਿਹੜੀ ਇਹ ਗੋਲੀ ਹੈ ਇਹ ਸਿਰਫ ਅਧਿਕਾਰਤ ਗੌਰਮੈਂਟ ਰੈਕੋਗਨਾਈਜ਼ ਜਿਹੜੇ ਸੈਂਟਰਸ ਨੇ ਉਹਨਾਂ ਤੇ ਲਿਮਿਟ ਦੇ ਵਿੱਚ ਕੰਟਰੋਲ 'ਚ ਦਿੱਤੇ, ਕਿਉਂਕਿ ਇਹ ਜਿਹੜੀ ਗੋਲੀ ਹੈ ਤੇ PGI ਦੀ ਰਿਪੋਰਟਸ ਆ ਚੁੱਕੀਆਂ ਨੇ ਔਰ ਬਹੁਤ ਰਿਸਰਚ ਹੋ ਚੁੱਕੀ ਹੈ ਤੇ ਕਿ ਇਹਨਾਂ ਗੋਲੀਆਂ ਦੇ ਨਾਲ ਤੁਸੀਂ ਨਸ਼ੇੜੀ ਨੂੰ ਅਗਰ ਨਸ਼ੇ ਤੋਂ ਲਾਣਾ ਤਾਂ ਇਹ 3 ਮਹੀਨੇ 6 ਮਹੀਨੇ ਜਾਂ ਸਾਲ ਤੋਂ ਵੱਧ ਨਹੀਂ ਦੇਣੀ ਚਾਹੀਦੀ। ਇੱਥੇ 5-5 ਸਾਲ ਹੋ ਗਏ, ਬੱਚੇ ਇਹਦੇ ਤੇ ਲੱਗ ਗਏ ਨੇ। ਬਿਲਕੁਲ ਦੂਸਰੇ ਹਾਂ ਇਸੇ ਤੇ ਲੱਗ ਗਏ ਨੇ। ਹੁਣ ਜੇ ਇਹ ਗੋਲੀ ਬੰਦ ਕਰ ਦਿਓ ਤਾਂ ਬੱਚਾ ਜਿਹੜਾ ਹੈਗਾ ਉਹ ਕੰਮ ਨਹੀਂ ਕਰ ਪਾਉਂਦਾ ਹੈਗਾ। ਮੇਰੀ ਸਰਕਾਰਾਂ ਦੇ ਨਾਲ ਇਹਦੇ ਤੇ ਬਹਿਸ ਹੋਈ ਆ। ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੈਪਟਨ ਸਾਹਿਬ ਵੀ ਇਸ ਕੰਮ 'ਚ ਫੇਲ ਹੋਏ ਕਿ ਉਹਨਾਂ ਨੇ ਵੀ ਮੇਰੀ ਗੱਲ ਪ੍ਰੋਪਰਲੀ ਸਮਝੀ ਨਹੀਂ, ਸੁਣੀ ਨਹੀਂ, ਕਿਉਂਕਿ ਉਹਨਾਂ ਦੇ ਜਿਹੜੇ ਐਡਵਾਈਜ਼ਰ ਸਨ, ਜਦੋਂ ਇਹ ਮੀਟਿੰਗ 23 ਅਗਸਤ ਨੂੰ ਅਸੀਂ ਕੀਤੀ ਸੀ 2021 ਦੇ ਵਿੱਚ ਹੀ, ਤੇ ਉਦੋਂ ਉਹਨਾਂ ਦੇ ਵਿੱਚ ਜਿਹੜੇ ਐਡਵਾਈਜ਼ਰ ਬੈਠੇ ਸੀ ਉਹਨਾਂ ਦਾ ਮੈਨੂੰ ਇੱਕੋ ਸਵਾਲ ਸੀ। ਉਹ ਮੈਨੂੰ ਕਹਿੰਦੇ ਜੀ ਜੇ ਬਲੱਡ ਪ੍ਰੈਸ਼ਰ ਹੈ ਪੇਸ਼ੈਂਟ ਨੂੰ, ਜਾਂ ਸ਼ੂਗਰ ਹੈ ਜਾਂ ਥਾਇਰਾਇਡ ਹੈ, ਉਹ ਵੀ ਤਾਂ ਸਾਰੀ ਉਮਰ ਗੋਲੀ ਖਾਂਦਾ। ਮੈਂ ਉਹਨਾਂ ਨੂੰ ਕਿਹਾ ਕਿ ਉਹ ਬਿਮਾਰੀ ਹੈ, ਪਰ ਇਹ ਲੱਤ ਹੈ। ਤੁਸੀਂ ਲੱਤ ਲਾ ਰਹੇ ਹੋ, ਬਿਮਾਰੀ ਲਈ ਤਾਂ ਗੋਲੀ ਖਾਣੀ ਹੈ, ਪਰ ਲੱਤ ਲਈ ਕਿਉਂ ਗੋਲੀ ਖਾਣੀ ਹੈ? ਇਹ ਤੁਸੀਂ ਲੱਤ ਲਾਤੀ ਹੈ ਬੱਚਿਆਂ ਨੂੰ। ਇਹਨਾਂ ਬੱਚਿਆਂ ਦੇ ਫਿਊਚਰ ਨੂੰ ਤੁਸੀਂ ਰਿਊਨ ਕਰਤਾ। ਇਹ ਨਿਪੁੰਸਕ ਹੋ ਰਹੇ ਨੇ, ਇਹਨਾਂ ਦੀਆਂ ਕਿਡਨੀਜ਼ ਖਰਾਬ ਹੋ ਰਹੀਆਂ ਨੇ, ਔਰ ਇਹ ਬੱਚੇ ਕਿਸੇ ਕੰਮ ਦੇ ਨਹੀਂ ਰਹਿਣੇ। ਇਹਨਾਂ ਦੀ ਉਮਰ ਘਟ ਰਹੀ ਹੈ। ਸੋ ਮੇਰੀ ਬੇਨਤੀ ਹੈ ਸਾਰੇ ਪੰਜਾਬ ਨੂੰ ਕਿ ਅਸੀਂ ਉਹ ਲੋਕਾਂ ਨੂੰ ਅੱਗੇ ਲੈ ਕੇ ਆਈਏ। ਮੈਂ ਆਪਣੀ ਪਾਰਟੀ ਵੱਲੋਂ ਸਾਫ਼ ਕਹਿ ਰਿਹਾ ਕਿ ਅਸੀਂ 30 ਮੈਂਬਰਾਂ ਦੀ ਅੱਜ ਅਸੀਂ ਇਹ ਲਿਸਟ ਜਾਰੀ ਕੀਤੀ ਹੈ ਕੱਲ੍ਹ, ਤੇ ਅਸੀਂ ਸਾਰੇ ਦੇ ਸਾਰੇ ਕੈਂਡੀਡੇਟ ਵਿਡਰਾਅ ਕਰਨ ਨੂੰ ਤਿਆਰ ਹਾਂ। ਅਸੀਂ ਪੰਜਾਬ ਦੀ ਖਾਤਰ ਕੁਰਬਾਨੀ ਦੇਵਾਂਗੇ। ਸਾਡਾ ਕੋਈ ਕੈਂਡੀਡੇਟ ਵੀ ਨਹੀਂ ਖੜੂਗਾ, ਪਰ ਐਸੀ ਤਾਕਤ ਅੱਗੇ ਲਿਆਓ ਜਿਹਦੇ ਹੱਥ ਵਿੱਚ ਡੰਡਾ ਹੋਵੇ, ਜਿਹੜੀ ਇਹਨਾਂ ਰਵਾਇਤੀ ਪਾਰਟੀਆਂ ਨੂੰ ਸਿੱਧੇ ਕਰਕੇ ਚਲਾ ਸਕੇ। ਇਹ ਅੱਜ ਲੋੜ ਹੈ ਸਮੇਂ ਦੀ। ਜੇ ਅੱਜ ਵੀ ਇਹ ਸਮਾਂ ਆਪਾਂ ਸਿਰਫ ਵੋਟ ਵੇਚ ਕੇ ਗਵਾ ਲਿਆ ਨਾ, ਤਾਂ ਮੈਂ ਕਹਿੰਦਾ ਸਾਨੂੰ ਅੱਗੋਂ ਪੰਜਾਬ ਜਿਹੜਾ ਕਦੇ ਵੀ ਪੰਜਾਬ ਭਾਰਤ ਦੇ ਨਕਸ਼ੇ ਤੇ ਨਜ਼ਰ ਨਹੀਂ ਆਉਣਾ। ਜਿਹੜੀਆਂ ਨੀਤੀਆਂ ਸੈਂਟਰ ਨੇ ਬਣਾਈਆਂ ਹੋਈਆਂ ਨੇ, ਇਹਨੂੰ UTA ਬਣਾਉਣਾ ਚਾਹੁੰਦੇ ਆ, ਇਹਨੂੰ ਖਤਮ ਇਹ ਕਰਨਾ ਚਾਹੁੰਦੇ ਆ, ਤੇ ਪੰਜਾਬ ਦੇ ਵਿੱਚ ਰਹਿ ਕੀ ਜਾਊਗਾ? ਨੌਜਵਾਨੀ ਸਾਡੀ ਪਹਿਲਾਂ ਹੀ ਸ਼ਿਫਟ ਹੋ ਚੁੱਕੀ ਆ, ਬਜ਼ੁਰਗ ਰਹਿ ਗਏ ਨੇ ਘਰਾਂ ਦੇ ਵਿੱਚ। ਆ ਕੋਵਿਡ ਦਾ ਮਾੜਾ ਟਾਈਮ ਸੀਗਾ, ਅਸੀਂ ਦੇਖਿਆ, ਖੁਦ ਅਸੀਂ ਹੰਢਾਇਆ ਕਿ ਬਜ਼ੁਰਗ ਘਰਾਂ ਦੇ ਵਿੱਚ ਪਏ ਸੀ, ਘਰਾਂ 'ਚ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਸੀ, ਵਿਦੇਸ਼ ਗਏ ਹੋਏ ਨੇ ਬੱਚੇ ਸਾਰੇ, ਪਰ ਉਹਨਾਂ ਨੂੰ ਕੋਈ ਦਵਾਈ ਦਵਾਉਣ ਵਾਲਾ ਨਹੀਂ ਸੀਗਾ। ਅਸੀਂ ਹੋਮ ਡਿਲੀਵਰੀਜ਼ ਕੀਤੀਆਂ ਨੇ। ਤੇ ਮੈਂ ਬੇਨਤੀ ਕਰਦਾ ਇਹੀ ਤੁਹਾਡੇ ਮਾਧਿਅਮ ਦੇ ਜ਼ਰੀਏ ਸਾਰੀ ਪਬਲਿਕ ਨੂੰ ਕਿ ਸਾਨੂੰ ਲੋੜ ਹੈ ਇਸ ਵੇਲੇ ਇਹੋ ਜਿਹਾ ਇੱਕ ਪ੍ਰੈਸ਼ਰ ਗਰੁੱਪ ਬਣਾ ਦਿਓ ਪੰਜਾਬ ਦੇ ਵਿੱਚ, ਭਾਵੇਂ ਤੁਹਾਡੇ ਥੋੜ੍ਹੇ ਹੀ MLA ਆਉਣ, ਲੇਕਿਨ ਉਹ ਇਹੋ ਜਿਹੇ ਵਿਅਕਤੀ ਚੁਣ ਕੇ ਭੇਜੋ ਗੌਰਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਜਿਹੜੇ ਉਹਨਾਂ ਨੂੰ ਬੰਦੇ ਬਣਾ ਕੇ ਚਲਾ ਸਕਣ ਸਰਕਾਰਾਂ ਨੂੰ, ਆਉਣ ਵਾਲੀ ਸਰਕਾਰ ਨੂੰ, ਚਾਹੇ ਉਹ ਕਿਸੇ ਦੀ ਸਰਕਾਰ ਆਉਂਦੀ ਹੈ। ਮੈਂ ਨਹੀਂ ਹਲੇ ਕਲੇਮ ਕਰਦਾ ਕਿ ਸਰਕਾਰ ਕਿਸੇ ਦੀ ਵੀ ਆ ਜਾਊਗੀ, ਕਿਉਂਕਿ ਅਸੀਂ ਖੁਦ ਇਸ ਮਿਨੋਰਿਟੀ 'ਚ ਹੈ, ਲੇਕਿਨ ਮੈਂ ਇੰਨੀ ਜ਼ਰੂਰ ਬੇਨਤੀ ਕਰਾਂਗਾ ਕਿ ਇਹੋ ਜਿਹੇ ਬੰਦਿਆਂ ਨੂੰ ਚੁਣੋ, ਇਰਰਿਸਪੈਕਟਿਵ ਆਫ ਪਾਰਟੀਜ਼, ਇਰਰਿਸਪੈਕਟਿਵ ਆਫ ਐਨੀ ਕਾਸਟ ਐਂਡ ਕ੍ਰੀਡ। ਜਾਤ ਪਾਤ ਤੋਂ ਉੱਪਰ ਉੱਠ ਕੇ ਧਰਮ ਦੀ ਰਾਜਨੀਤੀ ਨੂੰ ਛੱਡ ਕੇ ਅਸੀਂ ਇਹੋ ਜਿਹੇ ਵਿਅਕਤੀਆਂ ਨੂੰ, ਪੜ੍ਹੇ ਲਿਖਿਆਂ ਨੂੰ, ਇਮਾਨਦਾਰਾਂ ਨੂੰ ਅੱਗੇ ਲਈਏ, ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ 117 ਜਿਹੜੇ ਲੋਕ ਆਉਣਗੇ ਚਿਹਰੇ, ਉਹਨਾਂ 'ਚ ਕੁਛ ਇਹੋ ਜਿਹੇ ਪਾਸਕੂ ਹੋਣੇ ਚਾਹੀਦੇ ਆ ਜਿਹੜੇ ਬੈਠ ਕੇ ਦਾਅਵੇ ਦੇ ਨਾਲ ਉਹਨਾਂ ਨੂੰ ਸਹੀ ਰੀਹ ਤੇ ਚਲਾ ਸਕਣ ਸਰਕਾਰ ਨੂੰ। ਜੇ ਇੱਥੇ ਆਪਾਂ ਗੱਲ ਕਰ ਲਈਏ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਜਿਹੜਾ ਉਹ ਬਹੁਤ ਭਖ ਚੁੱਕਿਆ। ਹਾਲਾਂਕਿ ਕਿਸਾਨ ਆਗੂਆਂ ਵੱਲੋਂ ਮੈਂ ਕਿਤੇ ਨਾ ਕਿਤੇ ਸੁਣਿਆ ਸੀ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਸਾਡਾ ਜਿਹੜਾ ਕੰਮ ਸੀ, ਅਸੀਂ ਅੰਦੋਲਨ ਜਿਹੜਾ ਚਲਾਇਆ ਸੀਗਾ ਬਿੱਲ ਵਾਪਸ ਕਰਨ ਦੇ ਲਈ, ਉਹ ਸਾਡਾ ਸਫਲ ਹੋ ਚੁੱਕਿਆ, ਅਸੀਂ ਹੁਣ ਇੱਧਰ ਨਹੀਂ ਆਉਣਾ। ਚਾਹੇ ਉਧਰ ਰਵਾਇਤੀ ਜੇ ਆਪਾਂ ਕਹਿ ਦਈਏ, ਚਾਹੇ ਉਹ ਉਹਨਾਂ ਨੇ ਇੱਕ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ, ਉਧਰ ਸ਼ਿਫਟ ਹੋ ਗਏ, ਤਾਂ ਕਰਕੇ ਉਹਨਾਂ ਨੇ ਇਹ ਚੀਜ਼ ਦੇ ਉੱਤੇ ਗੌਰ ਨਹੀਂ ਕੀਤੀ। ਕੱਲ੍ਹ ਬਹੁਤ ਵੱਡਾ ਇਕੱਠ ਸੀਗਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਥੇ ਤੱਕ ਪਹੁੰਚਿਆ ਸੀ, ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ
ਧੱਕਾ ਮੁੱਕੀ ਹੋਈ, ਪੁਲਿਸ ਦੇ ਨਾਲ ਬਹੁਤ ਰੌਲਾ ਪਿਆ, ਉੱਥੇ ਬਹੁਤ ਇਕੱਠ ਸੀਗਾ, ਬਹੁਤ ਵੱਡਾ ਇਕੱਠ ਸੀਗਾ। ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਉਹਨਾਂ ਨੂੰ ਅੱਗੇ ਜਾਣ ਤੋਂ ਹੀ ਰੋਕ ਦਿੱਤਾ ਪੁਲਿਸ ਨੇ। ਦੇਖੋ, ਇਹ ਪ੍ਰਸ਼ਾਸਨ ਦੀ ਆਪਣੀ ਇਹਨਾਂ ਨੂੰ ਇੱਕ ਖੌਫ ਹੁੰਦਾ ਕਿ ਅਗਰ ਇਕੱਠ ਅੱਗੇ ਚਲਾ ਗਿਆ, ਅੱਗੇ ਯੂਟੀ ਹੈ ਤੇ ਗਵਰਨਮੈਂਟ ਨੇ ਆਪਣਾ ਕੰਮ ਕਰਨਾ ਹੈ। ਲਾਅ ਐਂਡ ਆਰਡਰ ਸਿਚੁਏਸ਼ਨਸ ਦੀਆਂ ਗੱਲਾਂ ਨੇ, ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਲੇਕਿਨ ਇੱਕ ਗੱਲ ਜ਼ਰੂਰ ਕਹਾਂਗਾ ਕਿ ਪ੍ਰੋਟੈਸਟ ਕਰਨ ਦਾ ਸਭ ਦਾ ਰਾਈਟ ਹੈ, ਪਰ ਜਿਹੜੇ ਪ੍ਰੋਟੈਸਟ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਆਮ ਪਬਲਿਕ ਸਫਰ ਨਾ ਕਰੇ। ਹੁਣ ਖਰੜ ਦੇ ਵਿੱਚ ਜਾਮ ਲੱਗ ਜਾਂਦੇ ਸੀਗੇ, ਧਰਨੇ ਲੱਗਦੇ ਸੀ, ਮੈਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਬੇਨਤੀਆਂ ਕਰਦਾ ਹੁੰਦਾ ਸੀਗਾ ਇਹੀ ਗੱਲ ਕਹਿ ਕੇ ਕਿ ਜੀ ਆਪਾਂ ਕੋਈ ਐਸੀ ਜਗ੍ਹਾ ਬਣਾ ਲਓ ਜਿੱਥੇ ਅਸੀਂ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ, ਕਿਉਂਕਿ ਦੇਖੋ ਐਂਬੂਲੈਂਸ ਜਾਂਦੀ ਹੈ, ਵਿੱਚ ਮਰੀਜ਼ ਪਿਆ ਹੁੰਦਾ, ਉਹਦੀ ਵਿੱਚ ਮੌਤ ਹੋ ਜਾਂਦੀ ਹੈ ਗੱਡੀ ਦੇ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਕਿ ਪ੍ਰਦਰਸ਼ਨਕਾਰੀਆਂ ਲਈ ਜਾਂ ਤਾਂ ਗੌਰਮੈਂਟ ਵੱਖਰੀ ਜਗ੍ਹਾ ਦੇਵੇ ਜਿੱਥੇ ਉਹ ਬੈਠ ਕੇ ਪ੍ਰੋਟੈਸਟ ਕਰਨ ਤੇ ਉਹਦੀ ਆਵਾਜ਼ ਗਵਰਨਮੈਂਟ ਤੱਕ ਜਾਵੇ, ਜਾਂ ਪ੍ਰਦਰਸ਼ਨਕਾਰੀਆਂ ਨੂੰ ਖੁਦ ਵੀ ਇਹ ਸੋਚਣਾ ਚਾਹੀਦਾ ਕਿ ਅਸੀਂ ਇਸ ਤਰੀਕੇ ਨਾਲ ਪ੍ਰਦਰਸ਼ਨ ਕਰੀਏ ਜਿਹਦਾ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਤੇ ਜਾਂ ਪਬਲਿਕ ਤੇ ਇਫੈਕਟ ਨਾ ਪਵੇ। ਹਾਂ, ਰਾਈਟ ਸਭ ਦਾ ਹੈ ਪ੍ਰੋਟੈਸਟ ਕਰਨ ਦਾ। ਬੰਦੀ ਸਿੰਘਾਂ ਬਾਰੇ ਮੈਂ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਜਦੋਂ ਇੱਕ ਹਿਊਮਨ ਰਾਈਟਸ ਦੀ ਗੱਲ ਹੈ ਇਹ ਕਿ ਜਦੋਂ ਇੱਕ ਵਿਅਕਤੀ ਇੱਕ ਜੁਰਮ ਦੀ ਖਾਤਰ ਉਹਦੀ ਸਜ਼ਾ ਭੁਗਤ ਲੈਂਦਾ ਔਰ ਉਹ ਉਸ ਤੋਂ ਡਬਲ ਸਜ਼ਾਵਾਂ ਭੁਗਤੀ ਬੈਠੇ ਨੇ ਸਾਡੇ ਨੌਜਵਾਨ, ਤਾਂ ਸਾਨੂੰ ਉਹਨਾਂ ਨੂੰ ਜੇਲ੍ਹਾਂ 'ਚ ਸੜਨ ਨਹੀਂ ਦੇਣਾ ਚਾਹੀਦਾ। ਇਹਦੇ ਲਈ ਤਾਂ ਅਸੀਂ ਆਪਣੀ ਪਾਰਟੀ ਵੱਲੋਂ ਵੀ ਬਲੈਕ ਲਿਸਟ ਬਾਰੇ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀਗਾ ਕਿ ਜਿਹੜੀ ਕਾਲੀ ਸੂਚੀ ਆ ਉਹ ਜਿਹੜੀ ਹੈ ਰੱਦ ਕੀਤੀ ਜਾਣੀ ਚਾਹੀਦੀ ਹੈ। ਪਹਿਲਾਂ ਵੀ ਅਸੀਂ ਲਿਖਦੇ ਰਹੇ ਹਾਂ, ਹੁਣ ਵੀ ਅਸੀਂ ਇਸ ਮੁੱਦੇ ਤੇ ਵੀ, ਤੇ ਜਦੋਂ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਐਜੀਟੇਸ਼ਨ ਕੀਤੀ ਸੀ, ਭੁੱਖ ਹੜਤਾਲ ਰੱਖ ਕੇ, ਅਸੀਂ ਉਦੋਂ ਵੀ ਉਹਨਾਂ ਦੇ ਇਸ ਗੱਲ 'ਤੇ ਸਾਡੀ ਪਾਰਟੀ ਨੇ ਸਮਰਥਨ ਕੀਤਾ। ਅਸੀਂ ਗਵਰਨਰਸ ਨੂੰ ਵੀ ਮੈਮੋਰੈਂਡਮਸ ਇਹਦੇ ਬਾਰੇ ਦੇ ਕੇ ਆਏ ਹਾਂ, ਤੇ ਇਹ ਸਾਡੀ ਪਾਰਟੀ ਦਾ ਹਮੇਸ਼ਾ ਉਹਨਾਂ ਨੂੰ ਇਸ ਗੱਲ ਦੇ ਲਈ ਅਸੀਂ ਸਾਥ ਦਿੰਦੇ ਹਾਂ ਉਸ ਚੀਜ਼ ਦਾ। ਜੀ, ਤੇ ਹੁਣ ਜੇ ਆਪਾਂ ਆਖਰੀ ਸਵਾਲ ਦੀ ਗੱਲ ਕਰ ਲਈਏ, ਕਿਉਂਕਿ ਸੂਝਵਾਨ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਕਿਸੇ ਵੀ ਪਾਰਟੀ ਨੂੰ ਉੱਤੇ ਲੈ ਕੇ ਆਉਣਾ, ਪੰਜਾਬ ਦੀ ਸੱਤਾ ਤੇ ਕਾਬਜ਼ ਕਰਾਉਣਾ, ਉਹ ਜੇ ਆਪਾਂ ਕਹਿ ਦਈਏ ਇਕੱਲੇ ਪਾਰਟੀ ਦੇ ਲੀਡਰਾਂ ਦੇ ਹੱਥ ਨਹੀਂ ਆ, ਉਹ ਅਸਲ ਦੇ ਵਿੱਚ ਜਨਤਾ ਜਨਾਰਦਨ ਦੇ ਹੱਥ 'ਚ ਹੈ। ਉਹਨਾਂ ਨੂੰ ਤੁਸੀਂ ਇੱਕ ਸੰਦੇਸ਼ ਦੇਣਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ, ਕੀ ਸੰਦੇਸ਼ ਦੇਣਾ ਚਾਹੋਗੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ? ਮੈਂ ਵੋਟਰਸ ਨੂੰ, ਆਮ ਜਨਤਾ ਨੂੰ, ਪੰਜਾਬ ਦਿਆਂ ਨੂੰ ਇੱਕੋ ਸੰਦੇਸ਼ ਦੇਣਾ ਚਾਹੁੰਦਾ ਕਿ ਸਮਾਂ ਤੁਹਾਡੇ ਹੱਥ ਆ ਗਿਆ ਹੈ। ਆਪਾਂ ਪੰਜਾਬ ਨੂੰ ਬਚਾਈਏ, ਪੰਜਾਬ ਦੀ ਜਵਾਨੀ ਨੂੰ ਬਚਾਈਏ, ਪੰਜਾਬ ਦੀ ਕਿਸਾਨੀ ਨੂੰ ਬਚਾਈਏ, ਪੰਜਾਬ ਦਾ ਜਿਹੜਾ ਕਰਪਟ ਸਿਸਟਮ ਹੈ ਉਸ ਨੂੰ ਜੜੋਂ ਉਖਾੜੀਏ, ਔਰ ਜਿਹੜਾ ਹੈਲਥ ਸਿਸਟਮ ਵਿੱਚ ਨਿਘਾਰ ਆਇਆ ਉਸ ਨੂੰ ਸਵਾਰਨ ਦੀ ਖਾਤਰ, ਔਰ ਐਜੂਕੇਸ਼ਨ, ਅੱਜ ਕਿਹੜਾ ਵਰਗ ਹੈ ਜਿਹੜਾ ਸੜਕ ਤੇ ਨਹੀਂ ਆਇਆ? ਤੁਹਾਡੇ ਸਾਹਮਣੇ ਆ ਕਿ ਪਿਛਲੇ ਸਮੇਂ ਦੇ ਵਿੱਚ ਹਰ ਵਰਗ, ਹਰ ਕਮਿਊਨਿਟੀ, ਹਰ ਮਹਿਕਮੇ ਦੇ ਲੋਕ ਜਿਹੜੇ ਸੀ ਉਹ ਸੜਕਾਂ ਤੇ ਧਰਨਿਆਂ ਤੇ ਸੀਗੇ। ਆਪਾਂ ਸਭ ਨੇ ਇਹ ਦੇਖਿਆ। ਹੁਣ ਸਮਾਂ ਆ ਗਿਆ ਕਿ ਤੁਹਾਡੇ ਹੱਥ ਦੇ ਵਿੱਚ ਇਹਨਾਂ ਦੀ ਨਬਜ਼ ਹੈ। ਇਹ ਜਿਹੜੀ ਰਾਜਨੀਤਿਕ ਰਵਾਇਤੀ ਪਾਰਟੀਆਂ ਨੇ, ਇਹਨਾਂ ਦੇ ਅਸੀਂ ਚੁਗਲ 'ਚੋਂ ਪੰਜਾਬ ਨੂੰ ਕੱਢ ਲਈਏ। ਮੈਂ ਨਹੀਂ ਕਹਿੰਦਾ ਕਿ ਵੋਟਾਂ ਤੁਸੀਂ ਸਾਡੀ ਪਾਰਟੀ ਦੇ ਨੁਮਾਇੰਦਿਆਂ ਨੂੰ ਪਾਓ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਫਲਾਨੀ ਪਾਰਟੀ ਨੂੰ ਸਪੋਰਟ ਕਰੋ। ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਇਹਨਾਂ ਰਵਾਇਤੀ ਪਾਰਟੀਆਂ ਨੂੰ, ਜਿਨ੍ਹਾਂ ਨੂੰ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਪਰਖਿਆ, ਦੇਖਿਆ, ਇਹਨਾਂ ਨੂੰ ਹੰਢਾਇਆ ਆਪਣੇ ਤਨ 'ਤੇ, ਇਹਨਾਂ ਤੋਂ ਨਿਜਾਤ ਪਾਉਣ ਦਾ ਅੱਜ ਇੱਕ ਹੀ ਮੌਕਾ ਹੈ ਤੁਹਾਡੇ ਕੋਲ 2022 ਦਾ। ਇਹਨੂੰ ਖੁੰਝਣ ਨਾ ਦਿਓ, ਭਾਵੇਂ ਕੁਰਬਾਨੀਆਂ ਦੇ ਦਿਓ। ਬੇਨਤੀ ਹੈ ਕਿ ਆਪਣੀ ਵੋਟ ਨੂੰ ਵੇਚਿਓ ਨਾ, ਆਪਣੇ ਜ਼ਮੀਰ ਨੂੰ ਨਾ ਵੇਚਿਓ। ਅਸੀਂ ਆਪਣੀ ਪਾਰਟੀ ਵੱਲੋਂ ਸਾਰੇ ਉਮੀਦਵਾਰ ਉਸ ਪਾਰਟੀ ਦੇ ਹੱਕ ਦੇ ਵਿੱਚ ਵਿਡਰਾਅ ਕਰਨ ਨੂੰ ਤਿਆਰ ਹੈ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਐਸਾ ਰੋਲ ਅਦਾ ਕਰੇਗੀ ਜੋ ਕਿਸੇ ਦੀ ਵੀ ਸਰਕਾਰ ਆਉਂਦੀ ਹੈ ਉਹ ਸਰਕਾਰ ਨੂੰ ਲੀਹ 'ਤੇ ਰੱਖ ਕੇ ਉਹਨੂੰ ਨੋਰਮਸ ਦੇ ਅਕੋਰਡਿੰਗਲੀ ਪ੍ਰੋਪਰ ਜੋ ਬਣਦਾ ਕੰਮ ਹੈ ਉਹਨੂੰ ਸਹੀ ਤਰੀਕੇ ਨਾਲ ਕਰਨ ਦੇ ਵਿੱਚ ਉਹਨੂੰ ਜਿਹੜਾ ਹੈਗਾ ਵਚਨਬੱਧ ਕਰ ਦੇਵੇ। ਮੈਨੀਫੈਸਟੋ ਜਿਹੜੇ ਨੇ ਪਾਰਟੀਆਂ ਦੇ, ਉਹਨਾਂ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਵੇ। ਇਹਨਾਂ ਨੂੰ ਸਵਾਲ ਕਰੋ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਹੁਣ ਤੱਕ ਸਾਨੂੰ ਦਿੱਤਾ ਕੀ ਤੇ ਕੀਤਾ ਕੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਡਾਕਟਰ ਪਰਮਜੀਤ ਸਿੰਘ ਰਾਣੂ, ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਨੇ। ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਡੇ ਨਾਲ ਇਹਨਾਂ ਨੇ ਸਾਂਝੀਆਂ ਕੀਤੀਆਂ, ਤੁਹਾਡੇ ਤੱਕ ਪਹੁੰਚਾਉਣ ਦਾ ਵੀ ਉਹਨਾਂ ਨੂੰ
ਇਹਨਾਂ ਨੇ ਇੱਕ ਜ਼ਰੀਆ ਦੱਸਿਆ। ਸੋ ਇਸ ਤੋਂ ਬਾਅਦ ਦੱਸ ਦਈਏ ਕਿ ਆਖਿਰ ਦੇ ਵਿੱਚ ਇਹਨਾਂ ਨੇ ਸੂਝਵਾਨ ਵੋਟਰਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਤਰੀਕੇ ਦੀਆਂ ਦਿੱਤੀਆਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਨੂੰ ਅਸੀਂ ਦੁਬਾਰਾ ਫਿਰ ਤੋਂ ਇੱਕ ਨੰਬਰ ਸੂਬਾ ਬਣਾ ਸਕਦੇ ਹਾਂ। ਇਹਨਾਂ ਨੇ ਕਿਹਾ ਕਿ ਚਾਹੇ ਸਾਡੀ ਪਾਰਟੀ ਨੂੰ ਤੁਸੀਂ ਵੋਟਾਂ ਨਾ ਪਾਓ, ਪਰ ਰਵਾਇਤੀ ਪਾਰਟੀਆਂ ਨੇ ਜਿਹੜੀਆਂ, ਜੇਕਰ ਉਹਨਾਂ ਦੇ ਚੁੰਗਲ ਦੇ ਵਿੱਚੋਂ ਤੁਸੀਂ ਪੰਜਾਬ ਨੂੰ ਛਡਾਉਣਾ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੁਹਾਡੇ ਕੋਲੇ ਆਖਰੀ ਮੌਕਾ। ਜੇਕਰ ਤੁਸੀਂ ਹੁਣ ਵੀ ਨਹੀਂ ਸੰਭਲੋਗੇ ਤਾਂ ਇਸ ਤੋਂ ਬਾਅਦ ਅਗਲੇ 5 ਸਾਲ ਕੀ ਹੋਣਾ ਤੁਹਾਨੂੰ ਸਭ ਨੂੰ ਪਤਾ ਹੀ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸੋ ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਨਵੇਂ ਸਮੇਂ ਤੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਦ ਸਟੋਰੀ ਟੀਵੀ ਦੇ ਨਾਲ।